ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਦੀ ਇਸ ਫੁਲਵਾੜੀ ਦੇ ਵਿੱਚ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਵੈਲਕਮ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੁਆਇਨ ਕਰਨ ਦਾ। ਆਓ ਰਲ ਮਿਲ ਕੇ ਸਾਰੇ ਗੁਰੂ ਜਸ ਔਰ ਗੁਰੂ ਦੀ ਉਸ ਵਿਚਾਰ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਿ ਉਸ ਗਹਿਰਾਈ ਤੱਕ ਅਸੀਂ ਸਾਰੇ ਮਾਰਗਦਰਸ਼ਨ ਪਾ ਸਕੀਏ। ਸਾਡੇ ਵੀਰ ਸਾਡੇ ਨਾਲ ਵੀਰ ਸਵਰਨਜੀਤ ਸਿੰਘ ਜੀ ਅਡੋਲ ਮਾਈਂਡ ਤੋਂ ਸਾਡੇ ਨਾਲ ਸਾਂਝ ਕਰਨਗੇ ਔਰ ਮੈਂ ਕਹਾਂਗਾ ਕਿ ਬਹੁਤ ਹੀ ਸ਼ੁਰੂ ਤੋਂ ਲੈ ਕੇ ਅੱਜ ਦਿਨ ਤੱਕ ਸਾਡੇ ਨਾਲ ਪੂਰਾ ਕੰਸਿਸਟੈਂਸੀਲੀ ਆਪਣੇ ਇਸ ਕਲਾਸਿਸ ਦੇ ਨਾਲ ਸਾਨੂੰ ਗਿਆਨ ਰੂਪੀ ਭੰਡਾਰ ਵਿੱਚੋਂ ਕੁਛ ਨਾ ਕੁਛ ਨਵਾਂ ਇਨਟੇਕ ਲੈਣ ਵਾਸਤੇ ਹਰ ਕਲਾਸ ਵਿੱਚੋਂ ਸਾਨੂੰ ਦਿੰਦੇ ਹਨ। ਓਵਰ ਟੂ ਯੂ ਵੀਰ ਸਵਰਨਜੀਤ ਸਿੰਘ ਜੀ, ਪਲੀਜ਼ ਕੈਰੀ ਔਨ ਐਂਡ ਸਟਾਰਟ ਦਾ ਕਲਾਸ। ਥੈਂਕ ਯੂ ਵੈਰੀ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਆਪਣਾ ਥੋੜੇ ਟਾਈਮ ਲਈ ਮਿਊਟ ਕਰ ਲੈਣ, ਬਾਅਦ ਵਿੱਚ ਅਸੀਂ ਫਿਰ ਜੋ ਡਿਸਕਸ਼ਨ ਹੈ ਉਹ ਕਰ ਸਕਾਂਗੇ। ਤੇ ਅਸੀਂ ਲਾਸਟ ਵੀਕ ਜੋ ਟੌਪਿਕ ਸ਼ੁਰੂ ਕੀਤਾ ਸੀ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਜਿਹਦੇ 'ਚ ਅਸੀਂ ਗੁਰੂ ਔਰ ਸਿੱਖ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ ਕਾਫੀ ਡਿਸਕਸ਼ਨ ਕੀਤੀ ਸੀ। ਔਰ ਉਹਦੇ ਨਾਲ ਜੋ ਜੁੜਿਆ ਹੋਇਆ ਇੱਕ ਹੋਰ ਐਸਪੈਕਟ ਹੈ ਉਹ ਸਿੱਖ ਸਰੂਪ ਹੈ। ਸੋ ਸਾਡੇ ਪਹਿਲੇ ਦੇ ਜੋ 11 ਮੋਡਿਊਲ ਸਨ ਉਹਨਾਂ ਦਾ ਫੋਕਸ ਜ਼ਿਆਦਾ ਫਿਲੋਸਫੀ 'ਤੇ ਸੀ, ਅਤੇ ਜੋ 12ਵਾਂ ਮਾਡਲ ਹੈ ਉਹਦਾ ਫੋਕਸ ਥੋੜ੍ਹਾ ਜ਼ਿਆਦਾ ਸਰੂਪ ਦੇ ਉੱਪਰ ਹੈ। ਪਹਿਲੇ ਅਸੀਂ ਜੋ ਡਿਸਕਸ ਕੀਤਾ ਟਿਪੀਕਲੀ ਜੋ ਥਿਊਰੀ ਹੈ ਬ੍ਰੈਂਡਿੰਗ ਥਿਊਰੀ, ਅਤੇ ਉਹ ਚਲਦੇ ਚਲਦੇ ਬ੍ਰੈਂਡ ਖਾਲਸਾ ਤੱਕ ਸਾਨੂੰ ਕਿਸ ਤਰ੍ਹਾਂ ਉਹਦੀ ਸਮਝ ਹੋਣੀ ਚਾਹੀਦੀ ਹੈ, ਉਹਦੀ ਕੀ ਇੰਪੋਰਟੈਂਸ ਹੈ, ਕਿਸ ਤਰ੍ਹਾਂ ਉਹਨੂੰ ਪ੍ਰੋਟੈਕਟ ਕੀਤਾ ਜਾਂਦਾ ਔਰ ਉਹਦੇ ਨਾਲ ਸਾਨੂੰ ਕੀ ਕੀ ਫਾਇਦੇ ਹੁੰਦੇ ਹਨ। ਸੋ ਉਹ ਅਸੀਂ ਪਾਰਟ 1 ਦੇ ਵਿੱਚ ਕਵਰ ਕੀਤਾ ਸੀ। ਔਰ ਜੋ ਅੱਜ ਹੈ ਉਹਦੇ ਵਿਚਕਾਰ ਅਸੀਂ ਕੁਝ ਕੁਐਸਚਨਸ ਲੈਣ ਜਾ ਰਹੇ ਜਿਹੜੇ ਉਹਦੇ ਨਾਲ ਰਿਲੇਟਿਡ ਹੀ ਕੁਐਸਚਨ ਹਨ। ਅਤੇ ਜੋ ਸਾਡੇ ਕੋਲ ਇੱਕ ਸਵਾਲ ਆਇਆ ਹੋਇਆ ਸੀ ਕਿ ਕਿਰਪਾਨ ਪਹਿਨਣਾ ਜਨੇਊ ਵਰਗੀ ਇੱਕ ਧਰਮ ਨਹੀਂ, ਰਸਮ ਨਹੀਂ ਹੈ ਕਿ ਇਟਸ ਅ ਰਿਚੁਅਲ ਲਾਈਕ ਵੇਅਰਿੰਗ ਜਨੇਊ। ਉਹ ਜਨੇਊ ਪਾਉਂਦੇ ਹਾਂ, ਅਸੀਂ ਕਿਰਪਾਨ ਪਾਉਂਦੇ ਹਾਂ, ਹੈ ਦੋਨੋਂ ਹੀ ਰਿਚੁਅਲ ਹੈ। ਸੋ ਅਸੀਂ ਥੋੜ੍ਹਾ ਜਿਹਾ ਕੁਐਸਚਨ ਦੀ ਗਹਿਰਾਈ ਜਾ ਕੇ ਉਹਨੂੰ ਫਿਲੋਸਫੀਕਲੀ ਸਮਝਣ ਦੀ ਕੋਸ਼ਿਸ਼ ਕੀਤੀ। ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਸਮਝੀਏ ਕਿ ਜਦੋਂ ਗੁਰੂ ਨਾਨਕ ਸਾਹਿਬ ਨੂੰ ਜਨੇਊ ਪਾਉਣ ਦੀ ਸੈਰੇਮਨੀ ਸ਼ੁਰੂ ਹੋਈ ਅਤੇ ਉਸ ਟਾਈਮ ਉੱਥੇ ਕੀ ਹੋ ਕੀ ਰਿਹਾ ਸੀ। ਅਸੀਂ ਇਸ ਪਿਕਚਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਫੋਟੋ ਨਹੀਂ ਲਗਾਈ ਹੈ, ਸਿਰਫ ਇੱਕ ਹੱਥ ਦਿਖਾਇਆ। ਅਸੀਂ ਕਿਸੇ ਵੀ ਪੂਰੇ ਦੇ ਵਿਚਕਾਰ ਕਿਤੇ ਗੁਰੂ ਨਾਨਕ ਸਾਹਿਬ ਦੀ ਫੋਟੋ ਨੂੰ ਅਸੀਂ ਪ੍ਰਮੋਟ ਨਹੀਂ ਕਰਨਾ, ਇਸ ਕਰਕੇ ਬੜੇ ਧਿਆਨ ਨਾਲ ਇਹ ਫੋਟੋ ਨੂੰ ਅਸੀਂ ਛੋਟਾ ਕੀਤਾ ਹੋਇਆ। ਔਰ ਗੁਰੂ ਨਾਨਕ ਸਾਹਿਬ ਇੱਕ ਪੰਡਿਤ ਦੇ ਸਾਹਮਣੇ ਬੈਠੇ ਹੈ ਜੋ ਉਹਨਾਂ ਨੂੰ ਜਨੇਊ ਪਾਉਣ ਲਈ ਇੱਕ ਜੋ ਹੈ ਜੋ ਰਸਮ ਹੈ ਉਹ ਪੂਰੀ ਕਰਨਾ ਚਾਹੁੰਦੇ ਆ। ਅਤੇ ਇੱਥੇ ਗੁਰੂ ਨਾਨਕ ਸਾਹਿਬ ਨੇ ਹੱਥ ਦੇ ਕੇ ਰੋਕਿਆ ਔਰ ਕਿਹਾ ਮੇਰੇ ਕੁਝ ਸਵਾਲ ਹਨ, ਉਹਨਾਂ ਸਵਾਲਾਂ ਦੇ ਜਵਾਬ ਦਿੱਤੇ ਜਾਣੇ ਚਾਹੀਦੇ ਹਨ। ਅਤੇ ਉਹ ਜਦੋਂ ਸਵਾਲ ਪੁੱਛੇ ਇਸ ਜਨੇਊ ਨੂੰ ਪਾਉਣ ਦਾ ਕੀ ਲਾਭ ਹੈ ਔਰ ਸਾਨੂੰ ਕੀ ਫਰਕ ਪੈਂਦਾ, ਅਤੇ ਪੰਡਿਤ ਜੀ ਨੇ ਬਹੁਤ ਸੋਹਣਾ ਐਕਸਪਲੇਨ ਕੀਤਾ ਕਿ ਇਹਦੇ ਨਾਲ ਇੱਕ ਤੁਹਾਡਾ ਨਵਾਂ ਜੀਵਨ ਸ਼ੁਰੂ ਹੁੰਦਾ ਔਰ ਤੁਸੀਂ ਆਪਣੇ ਆਪ ਨੂੰ ਸਪਿਰਿਚੁਅਲਿਟੀ ਦੇ ਮਾਰਗ 'ਤੇ ਲੈ ਜਾ ਸਕਦੇ ਹੋ। ਅਤੇ ਇੱਥੇ ਆ ਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਮੈਨੂੰ ਜਨੇਊ ਪਾਉਣ ਤੋਂ ਐਕਚੁਅਲੀ ਕੋਈ ਇਨਕਾਰ ਨਹੀਂ ਹੈ। ਸੋ ਜੋ ਜਨੇਊ ਸੈਰੇਮਨੀ ਸੀ ਉਹਨਾਂ ਨੇ ਸਿਰਫ ਇੱਕ ਇਹ ਗੱਲ ਕਹੀ ਕਿ ਅਗਰ ਇਤਨੀ ਅੱਛੀ ਰਸਮ ਹੈ ਅਤੇ ਜੋ ਮੇਰੇ ਮਿੱਤਰ ਨੇ, ਜੋ ਮੇਰੇ ਫਰੈਂਡਸ ਨੇ ਔਰ ਜੋ ਮੇਰੇ ਭੈਣ ਹੈ ਉਹਨਾਂ ਨੂੰ ਵੀ ਇਹ ਜਨੇਊ ਪਵਾਇਆ ਜਾਏ ਅਤੇ ਫਿਰ ਮੈਨੂੰ ਕੋਈ ਓਬਜੈਕਸ਼ਨ ਨਹੀਂ ਹੋਏਗਾ। ਪਰ ਇਸ ਜਨੇਊ ਦੇ ਪਾਉਣ ਨਾਲ ਅਗਰ ਕੋਈ ਡਿਸਕ੍ਰਿਮੀਨੇਸ਼ਨ ਹੈ, ਕੋਈ ਵਿਤਕਰਾ ਹੁੰਦਾ ਤਾਂ ਫਿਰ ਇਹ ਮੈਨੂੰ ਜਨੇਊ ਐਜ਼ ਏ ਬੇਸਿਕ ਫਿਲੋਸਫੀ ਹੀ ਮਨਜ਼ੂਰ ਨਹੀਂ ਹੈ। ਤੋ ਉੱਥੋਂ ਫਿਰ ਕਾਫੀ ਜੋ ਵੀ ਉੱਥੇ ਮਾਹੌਲ ਬਣਿਆ ਹੋਣਾ, ਕਿਉਂਕਿ ਸਾਰੇ ਜਿਨ੍ਹਾਂ ਨੇ ਇਕੱਠੇ ਹੋਏ ਸੀ ਪਰੇਸ਼ਾਨ ਹੋ ਗਏ ਔਰ ਆਮ ਉਸ ਵੇਲੇ ਇਸ ਚੀਜ਼ ਨੂੰ ਕਾਫੀ ਮਾੜਾ ਮੰਨਿਆ ਜਾਂਦਾ ਸੀ ਕਿ ਇੱਕ ਸੈਰੇਮਨੀ ਸ਼ੁਰੂ ਹੋ ਚੁੱਕੀ, ਉਹਨੂੰ ਵਿੱਚ ਰੋਕ ਦਿੱਤਾ ਜਾਏ। ਪਰ ਉਹਨਾਂ ਦੀ ਛੋਟੀ ਉਮਰ ਵਿੱਚ ਵੀ ਇਤਨੇ ਗਟਸ ਸਨ, ਉਹਨਾਂ ਦੇ ਇਤਨਾ ਸੋਚ ਸੀ ਜੋ ਉਹਨਾਂ ਨੇ ਸਵਾਲ ਖੜਾ ਕਰਤਾ ਕਿ ਮੈਂ ਪਾ ਸਕਦਾ। ਉਹਨਾਂ ਨੇ ਮਨਾ ਨਹੀਂ ਸੀ ਕੀਤਾ। ਅਸੀਂ ਅਕਸਰ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਮਨਾ ਕੀਤਾ ਸੀ। ਉਹਨਾਂ ਨੇ ਕਿਹਾ ਅਗਰ ਇਹਦਾ ਕੋਈ ਵੀ ਫਾਇਦਾ ਮੈਂ ਤਾਂ ਵੀ ਪਾ ਸਕਦਾ, ਮੈਨੂੰ ਕੋਈ ਦਿੱਕਤ ਨਹੀਂ ਹੈ, ਪਰ ਇਹ ਮੇਰੀ ਭੈਣ ਨੂੰ ਔਰ ਮੇਰੇ ਦੋਸਤਾਂ ਨੂੰ ਵੀ ਪਵਾਇਆ ਜਾਏ। ਅਤੇ ਇਹ ਬੇਸਿਕਲੀ ਇਟ ਵਾਜ਼ ਏ ਵੋਇਸ ਅਗੇਂਸਟ ਇਨਇਕੁਐਲਿਟੀ ਐਂਡ ਵਿਮਨ ਰਾਈਟਸ। ਇੱਕੋ ਸੈਰੇਮਨੀ ਦੇ ਵਿੱਚ ਦੋ ਦੇ ਅਗੇਂਸਟ ਉਹਨਾਂ ਨੇ ਆਪਣੀ ਆਵਾਜ਼ ਉਠਾ ਕੇ ਦੱਸ ਦਿੱਤਾ ਕਿ ਮਾਨਕ ਕੀ ਜਾਤ ਸਭੇ ਇੱਕੇ ਪਹਿਚਾਨ ਕੋ,
कि मैं किथे दो मनुख दे विचकार वितकरा नहीं हो सकता। इस करके अगर तुसी इत्थे इनइक्वैलिटी भी आती है, क्योंकि जो छोटी जात वाले मन्ने जाते सी वो जनेऊ नहीं पा सकते, सिर्फ खत्री और ब्राह्मण ही जनेऊ पा सकते सन, और खत्रियां दे विच भी कोई उच्चियां जातियां सी जिन्हां विचकार पाया जा सकता सी, और ब्राह्मण तो खैर 100% पाते सी। और दूसरा वेमन राइट की भी गल की। सो दो उन्होंने बेसिक एस्पैक्ट खड़े किए जिहदे पिछे उन्होंने लड़ाई इतनी छोटी उम्र तो ही शुरू हो गई सी। सो इस करके कोई जनेऊ दे ऐसा अगेंस्ट नहीं सन, बट इनइक्वैलिटी एंड वेमन राइट दे डेफिनेटली अगेंस्ट सन। हुण जदों असीं गल करदे हां किरपान दी, सो इट इज़ बेसिकली एक किरपान एक जिम्मेवारी है, एक शो पीस नहीं। स्टैंड एंड फाइट अगेंस्ट द इनजस्टिस टू प्रोटैक्ट ह्यूमैनिटी। तो जिथे लोड़ पे सिर्फ छोटी नहीं वड्डी किरपान चुकन तो भी मनाही नहीं की गई है। सो किरपान टू बी यूज्ड व्हेन अदर मीन्स हैव फेल्ड टू अचीव जस्टिस। सो एक सानू उस तरह का कंपैरिजन कि दोनों सिर्फ रिचुअल ने नहीं लेना चाहिए और किरपान नहीं इस्तेमाल करनी चाहिए, पहला ऑल अदर पॉसिबल मीन्स वी शुड यूज। बट अगर जस्टिस दे लिए सानू किरपान, दैट मीन्स अगर सानू फाइट भी करना पे तो फिर सानू डर के नहीं रहना। वो असी संत सिपाही जो स्वरूप है उहदे विच भी डिस्कस कर चुके हैं। तो ये सी एक सवाल। और जो इस तो अगला सवाल सी कि असी पहचान तो बिना धार्मिक नहीं हो सकते। और एक आम हर बच्चा सिख परिवार च जितने भी तुसी यंग जनरेशन होएगी जरूर है, असी आप छोटे होंदे सी तो साडे माइंड च क्वेश्चन आंदा सी। असी ये नहीं कह सकते कि असी छोटे सी साडे माइंड च क्वेश्चन कदी नहीं आया। आई थिंक हर एक दे माइंड विच एक बार तो क्वेश्चन जरूर आंदा है। तो असी सब नाल पहला देखिए कि गुरबाणी ने इहदे बारे की किया है। तो जिवें असी जानते हैं सुखमनी साहब दे विच एक पंक्ति आंदी है, जहाँ पंथ तेरा को न सिंजानू, हर का नाम तै नाल पछानू। ऑन द जर्नी वेयर नो वन रिकॉग्नाइजेज यू बाय योर कम्युनिटी। पछाण ते छोड़ दो, तुहाडे पंथ दी भी पछाण नहीं होएगी। तुसी किस पंथ तो आए हो ये भी मायने नहीं रखेगा जो लास्ट तुहाडा परमात्मा नाल मिलन है। यू शैल गेट द रिकॉग्निशन विद द नेम ऑफ द लॉर्ड। कि तुहाडा नाम और परमात्मा का नाम एक हो चुका है कि नहीं हो चुका, अल्टीमेटली वो मायने रखेगा। ये एक सेध है जिहड़ी कहंदी है कि इस चीज़ नूं असीं इहदे नाल कनैक्ट कदी करके देखना ही नहीं है। पर फिर सानूं ये समझना पेगा कि एक जो मार्ग हुंदा है, जैसी इंस्टीट्यूशनलाइजेशन की गल की सी, उस इंस्टीट्यूशनलाइजेशन के पिछे एक बेसिस जरूर है। और सबसे पहली तो चीज़ है कि जो यूनिफॉर्म है दैट हैज़ ए वेरी स्ट्रॉन्ग रिलेशनशिप विद ट्रस्ट। इत्थे असी जो यूनिफॉर्म इन्फ्यूजेस ट्रस्ट लिखा है, असी दो जने देख रहे हैं, एक ने वर्दी पाई और बंदूक चुकी है। इहदी प्रेजेंस दे विचकार जिहड़े लोग होणगे वो अपने आप नूं सेफ महसूस करनगे। एक होर इंसान है उन्हें बंदूक चुकी है, उहदी प्रेजेंस दे विचकार अगर उहदे सामने आ जाए तो अनसेफ महसूस करनगे। सो जोड़ा विश्वास है वो बहुत वड्डी चीज़ है। सानू बंदूक तो दोनों के हाथ विच है, पर एक फौजी के हाथ विच बंदूक होना और एक आम आदमी जो रस्ते बंदूक लैके जा रहा है हाथ विच बंदूक होना, दोनों में बहुत फर्क है। असी आम भी देखते हैं कोई पुलिस मैन ने उन्हें पिस्टल रखी हुई है साइड तो सानू कभी डर नहीं लगता। पर जो सड़क कोई दूसरा बंदा जा रहा है जिसके हाथ विच कार पिस्टल होए तो सानू उस तो एक डर जा लगेगा। सो इट इन्फ्यूजेस द ट्रस्ट इन द पीपल, दैट इज़ द फर्स्ट थिंग। जी सैकेंड चीज़ है कि आइडेंटिटी मेक्स अस स्ट्रोंग टू स्टे अवे फ्रॉम रॉन्ग पाथ। जदों साडी पछाण हुंदी है तो असी पछाण पिछे भी एक गलत रस्ते तो जाण तो रुक जाते हैं। आम तौर पर जितना को टाइम, हालांकि इत्थे दे कंट्री के हालात इस तरह है कि लोग वर्दी दे विच भी करप्ट ने, पैसे लैंदे ने, सब कुछ असी देखते हैं। पर एक उहदे भी झिझक हुंदी है, उन्होंने भी छुप छुप के एक साइड ते जांदा है, उन्होंने भी पता मैं वर्दी पाई हुई है, उन्होंने भी हेजिटेशन होती है। या कोई ऐसी गलत जगह मे बी नाइट क्लब्स ये वो, इत्थे अगर वर्दी पाई हुई तो बंदा कहता मैं मेरी तो वक्री पछाण है और मैं पछाण नूं प्रोटैक्ट करना, मैं इनू बदनाम नहीं होने देना, तो वो गलत रस्ते ते जाण तो भी रुकदा है। और जो तीसरी बहुत ही इंपॉर्टेंट और अहम चीज़ है, यूनिफॉर्म इज़ आइडेंटिफाइड विद प्राइड एंड प्रिविलेज। कि यूनिफॉर्म तो एक तरह की प्रिविलेज है और प्राइड है कि जो इंसान ने, ये हुण साडे सामने खब्बे पासे और सज्जे पासे दो फोटोआं ने,
ਇੱਕ ਆਰਮੀ ਜਨਰਲ ਦੀ ਫੋਟੋ ਹੈ। ਅਗਰ ਇਹੀ ਆਰਮੀ ਜਨਰਲ ਅਸੀਂ ਕੁੜਤੇ ਪਜਾਮੇ 'ਚ ਖੜਾ ਕਰਕੇ ਬੋਲੋ ਵੀ ਤੁਸੀਂ ਸਪੀਚ ਦੇ ਰਹੇ ਹੋ, ਔਰ ਕੀ ਉਹ ਤੁਹਾਨੂੰ ਲੱਗੇਗਾ ਕਿ ਉਹ ਸਪੀਚ ਦੇ ਵੀ ਪਾਏਗਾ? ਜਾਂ ਮਦਰ ਟੈਰੇਸਾ ਉਹੀ ਹੈ, ਮਦਰ ਟੈਰੇਸਾ 'ਚ ਫਰਕ ਨਹੀਂ ਹੈ, ਪਰ ਉਹ ਨੀਲੀ ਪੱਟੀ ਵਾਲੀ ਉਹਨਾਂ ਨੇ ਅਗਰ ਸਾੜੀ ਨਹੀਂ ਪਾਈ ਹੋਈ ਤੇ ਉਹ ਸ਼ਾਇਦ ਉਤਨੀ ਉਹਨਾਂ ਨੂੰ ਪ੍ਰਾਈਡ ਵੀ ਨਹੀਂ ਹੋਏ। ਸੋ ਯੂਨੀਫਾਰਮ ਜਿਹੜੀ ਹੈ ਹਮੇਸ਼ਾ ਹੀ ਇਟ ਮੋਟੀਵੇਟਸ ਅਸ ਟੂ ਟੇਕ ਦਾ ਰਾਈਟ ਐਕਸ਼ਨ, ਕਿ ਠੀਕ ਡਾਇਰੈਕਸ਼ਨ ਦੇ ਵਿੱਚ ਜਾਣਾ ਹੈ। ਸੋ ਐਸ ਸੱਚ ਜੋ ਧਰਮ ਦਾ ਮਾਰਗ ਹੈ ਉਹਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦੀ ਲੋੜ ਹੈ। ਇਹ ਜੋ 3 ਪੁਆਇੰਟ ਅਸੀਂ ਡਿਸਕਸ ਕੀਤੇ, ਮਾਰਗ ਵਿੱਚ ਲੋੜ ਹੈ, ਮਾਰਗ ਦੇ ਅੰਤ ਵਿੱਚ ਇਹਦੇ ਕੋਈ ਮਾਇਨੇ ਨਹੀਂ ਹੈ। ਜਦੋਂ ਪਰਮਾਤਮਾ ਨਾਲ ਮਿਲਣ ਹੈ ਤੇ ਵਰਦੀ ਕੀ ਧਰਮ ਪੰਥ ਵੀ ਪਿੱਛੇ ਰਹਿ ਜਾਣਾ, ਪਰ ਜਦ ਤੱਕ ਅਸੀਂ ਪੰਥ ਵਿੱਚ ਹਾਂ ਤਾਂ ਤੱਕ ਇਹਦੀ ਮਾਇਨੇ ਰੱਖਦੇ ਹਾਂ। ਜਿਵੇਂ ਕਿ ਫੌਜ ਦੇ ਵਿੱਚ ਜਦ ਤੱਕ ਫੌਜ ਦੇ ਵਿੱਚ ਹੋ ਉਹਦੇ ਮਾਇਨੇ ਨੇ, ਇੱਕ ਵਾਰ ਰਿਟਾਇਰ ਹੋ ਗਏ ਫਿਰ ਉਹਦੇ ਸ਼ਾਇਦ ਮਾਇਨੇ ਨਾ ਵੀ ਹੋਣ ਤੇ ਫਰਕ ਨਹੀਂ ਪੈਂਦਾ। ਸੋ ਇਨ ਅ ਸਿਮਿਲਰ ਮੈਨਰ ਕਿ ਅਸੀਂ ਧਾਰਮਿਕ ਨਹੀਂ ਹੋ ਸਕਦੇ, ਧਾਰਮਿਕ ਹੋ ਸਕਦੇ ਹਾਂ, ਜੋ ਧਾਰਮਿਕ ਹੋਣ ਦਾ ਪੂਰਾ ਲਾਹਾ ਲੈ ਸਕਦੇ ਹਾਂ ਉਹ ਅਸੀਂ ਵਰਦੀ ਦੇ ਵਿੱਚ ਹੀ ਲੈ ਸਕਦੇ ਹਾਂ। ਇੱਕ ਕੁਐਸਚਨ ਸੀ ਕਿ ਕੀ ਪਛਾਣ ਲੋਕਾਂ ਨਾਲ ਜੁੜਨ ਲਈ ਅੜਿੱਕ ਹੈ? ਇਜ਼ ਇਟ ਅ ਹਿੰਡਰੈਂਸ ਟੂ ਕਨੈਕਟ ਵਿਦ ਦ ਮਾਸਿਸ? ਔਰ ਆਮ ਤੌਰ ਤੇ ਜਿਵੇਂ ਹੁੰਦਾ ਕਿ ਅੱਜ ਦੀ ਅਸੀਂ ਗਲੋਬਲਾਈਜੇਸ਼ਨ ਦੀ ਦੁਨੀਆ, ਹਰ ਜਗ੍ਹਾ ਤੇ ਲੋਕ ਪਹੁੰਚ ਜਾਂਦੇ ਹਨ। ਮਤਲਬ ਅੱਜ ਅਸੀਂ ਕਨਫਾਈਨਡ ਨਹੀਂ ਹੈ ਇਨਟੂ ਅ ਸਮਾਲ ਪੰਜਾਬ ਔਰ ਸਮਾਲ ਏਰੀਆ, ਵੀ ਟਰੈਵਲ ਟੂ ਆਲ ਦ ਪਲੇਸਿਸ ਇਨ ਦਾ ਵਰਲਡ ਜਿੱਥੇ ਜਿੱਥੇ ਵੀ ਪੋਸੀਬਲ ਹੈ। ਤੇ ਕੁਐਸਚਨ ਸੀ ਕਿ ਸਾਡੀ ਆਈਡੈਂਟੀਟੀ ਲੋਕਾਂ ਨਾਲ ਅਸੀਂ ਆਪਸ 'ਚ ਉਹਨਾਂ ਨਾਲ ਕਨੈਕਟ ਹੋ ਸਕੀਏ ਮਾਸਿਸ ਨਾਲ, ਕਿ ਉਹਦੇ ਲਈ ਇੱਕ ਤਰ੍ਹਾਂ ਦੀ ਹਿੰਡਰੈਂਸ ਨਹੀਂ ਹੈ। ਸੋ ਅਸੀਂ ਕੁਛ ਧਿਆਨ ਨਾਲ ਇਹਨੂੰ ਡੀਪਲੀ ਜਾ ਕੇ ਸਮਝਣ ਦੀ ਕੋਸ਼ਿਸ਼ ਕੀਤੀ ਤੇ ਦੇਖਿਆ ਕਿ ਰਿਐਲਿਟੀ ਕੀ ਹੈ। ਲੈਟ ਅਸ ਅੰਡਰਸਟੈਂਡ ਦ ਰਿਐਲਿਟੀ ਫਸਟ। ਜੋ ਸਿੱਖ ਡਾਇਸਪੋਰਾ ਹੈ that has a perfect connect with the masses, large presence in more than 40 countries, 25 ਕੰਟਰੀਆਂ ਦੇ ਵਿੱਚ, ਤੇ ਓਰੀਜਨਲ ਨੈਸ਼ਨੈਲਿਟੀ ਵਾਲੇ ਸਿੱਖ ਵੀ ਹਨ ਔਰ ਬੜੀਆਂ ਹਾਈ ਪੋਜੀਸ਼ਨਸ ਵਿੱਚ ਸਿੱਖ ਹਨ। ਲੱਖਾਂ ਅਮਰੀਕਨ ਸਿੱਖ ਬਣ ਚੁੱਕੇ ਹਨ। ਦੁਬਈ ਗੁਰਦੁਆਰੇ ਨੇ 101 ਨੈਸ਼ਨੈਲਿਟੀਜ਼ ਲਈ ਲੰਗਰ ਹੋਸਟ ਕੀਤਾ ਹੈ, ਔਰ ਜਿਵੇਂ ਜਾਣਦੇ ਹਾਂ ਖਾਲਸਾ ਏਡ ਸਾਰੀ ਦੁਨੀਆ ਦੇ ਵਿਚਕਾਰ ਸੇਵਾ ਕਰ ਰਿਹਾ। ਸੋ ਇਹਨੂੰ ਅਸੀਂ ਅਗਰ ਪਿਕਚਰਲੀ ਵੀ ਦੇਖੀਏ ਤੇ ਪ੍ਰੈਜ਼ੈਂਸ ਇਨ ਆਲਮੋਸਟ ਨਹੀਂ ਹਰ ਕੰਟੀਨੈਂਟ ਦੇ ਵਿੱਚ ਪ੍ਰੈਜ਼ੈਂਟ ਨੇ ਸਿੱਖ। ਇਹਦਾ ਮਤਲਬ ਕਨੈਕਸ਼ਨ ਬਣ ਰਿਹਾ, ਕਨੈਕਸ਼ਨ ਹੈ, ਕਨੈਕਸ਼ਨ ਸਪਰੈਡ ਹੋ ਰਿਹਾ, ਕਨੈਕਸ਼ਨ ਹੋਰ ਸਟਰੋਂਗ ਹੋ ਰਿਹਾ ਡੇ ਬਾਈ ਡੇ। ਔਰ ਸਟਰੋਂਗ ਕਿਸ ਤਰ੍ਹਾਂ ਹੋ ਰਿਹਾ ਕਿ 25 ਕੰਟਰੀ ਦੇ ਵਿਚਕਾਰ ਸਿੱਖ ਆਪਣੇ ਓਰੀਜਨਲ ਨੈਸ਼ਨੈਲਿਟੀ ਦੇ ਨੇ, ਇੰਡੀਆ ਤੋਂ ਮਾਈਗ੍ਰੇਟ ਨਹੀਂ ਹੋਏ। ਸੋ ਕਨੈਕਟ ਦੀ ਤੇ ਇਹ ਗੱਲ ਹੈ ਕਿ ਉੱਥੇ ਲੋਕ ਪ੍ਰਭਾਵਿਤ ਹੋ ਰਹੇ ਨੇ, ਬਲਕਿ ਇਹ ਤਾਂ ਇੱਕ ਡਿਫਰੈਂਟ ਸਿਚੁਏਸ਼ਨ ਹੈ। ਬੜੀਆਂ ਸੀਨੀਅਰ ਪੋਜੀਸ਼ਨਸ ਦੇ ਵਿਚਕਾਰ ਸਿੱਖ ਹੈ ਨੇ ਅੱਜ, ਉਹ ਚਾਹੇ ਕਿਸੇ ਪਾਰਟੀ ਦੇ ਅਪੋਜੀਸ਼ਨ ਪਾਰਟੀ ਦੇ ਨੇ, ਜੋ ਪ੍ਰਾਈਮ ਮਿਨਿਸਟਰ ਵੀ ਬਣ ਸਕਦੇ हैं ਕੰਟਰੀ ਦੇ, डिफेंस मिनिस्टर हैं, मेयर हैं, आर्मी चीफ है, और सॉरी पुलिस चीफ है। सो बड़िया सीनियर पोजीशन दूसरे कंट्रीज ਦੇ ਵਿੱਚ ਜਾ ਕੇ ਨੇ। ਸੋ ਉਹਨਾਂ ਨੇ ਰਿਕੋਗਨੀਸ਼ਨ ਪਾਇਆ, ਔਰ ਉਹ ਰਿਕੋਗਨੀਸ਼ਨ ਅਗਰ ਪਾਇਆ ਤੇ ਕੋਈ ਹਿੰਡਰੈਂਸ ਤੇ ਨਹੀਂ ਸੀ ਉਹਨਾਂ ਨੂੰ। ਉੱਥੇ ਤੱਕ ਪਹੁੰਚਣਾ ਤੇ ਬਹੁਤ ਮੁਸ਼ਕਿਲ ਕੰਮ ਹੁੰਦਾ, ਬਟ ਦੇ ਹੈਵ ਅਰਾਈਵਡ देयर। ਅੱਗੇ ਅਸੀਂ ਦੇਖੀਏ ਤੇ ਇੱਕ ਦੁਨੀਆ ਦੀ ਇੰਨੀ ਛੋਟੀ ਕਮਿਊਨਿਟੀ ਜੋ ਕਿ 0.1% ਪੋਪੂਲੇਸ਼ਨ ਵਾਲੀ ਹੈ, 101 ਨੈਸ਼ਨੈਲਿਟੀਜ਼ ਨੂੰ ਕਨਵਿੰਸ ਕਰਕੇ ਇਕੱਠਾ ਕਰ ਸਕੀਏ। ਔਰ ਇੱਕ ਹਿਸਟੋਰੀਕਲ ਇਵੈਂਟ ਉਹਨਾਂ ਨੇ ਕੀਤਾ ਜਿੱਥੇ ਉਹਨਾਂ ਨੂੰ ਇਕੱਠੇ ਬਿਠਾ ਕੇ ਲੰਗਰ ਛਕਾਇਆ ਜ਼ਮੀਨ ਤੇ, ਸਭ ਬੈਠੇ ਉੱਥੇ ਉਹਨੇ ਇਕੱਠੇ ਲੰਗਰ ਛਕਿਆ। ਉਹਨੇ ਕਿਹਾ ਕਿ ਇਸ ਤਰ੍ਹਾਂ ਦਾ ਜੋ ਬ੍ਰਦਰਹੁੱਡ ਹੈ ਉਹ ਕਿਸੇ ਹੋਰ ਕਮਿਊਨਿਟੀ ਕਰੇਗੀ, ਐਸਾ ਪੋਸੀਬਲ ਹੀ ਨਹੀਂ ਲੱਗਦਾ। ਤਾਂ ਇਤਨਾ ਉਹਨਾਂ ਨੇ ਖੁੱਲ੍ਹ ਕੇ ਐਪਰੀਸ਼ੀਏਸ਼ਨ ਕੀਤੀਆਂ, ਸਾਡੇ ਕੋਲ ਵੀਡੀਓਜ਼ ਵੀ ਆਈਆਂ, ਅਸੀਂ ਸਭ ਦੇਖਿਆ ਔਰ ਬੜੀ ਖੁਸ਼ੀ ਇਕੱਠੇ ਹੋਏ। ਕਹਿੰਦੇ ਸਨ ਤੇ ਅੱਜ ਬਿਲਕੁਲ ਦੁਨੀਆ ਦਾ ਨਜ਼ਾਰਾ ਹੀ ਵੱਖਰਾ ਨਜ਼ਰ ਆ ਰਿਹਾ। ਸੋ ਉਹ ਲੰਗਰ ਇਕੱਠੇ ਉਹਨਾਂ ਨੇ ਛਕਿਆ ਵੀ, ਔਰ ਉਹ ਐਕਚੁਅਲ ਪਿਕਚਰ ਨਹੀਂ ਹੈ ਉਹ ਵਾਲੀ, ਬਟ ਗੁਰਦੁਆਰੇ ਦੀ ਹੀ ਪਿਕਚਰ ਹੈ। ਦੂਸਰਾ ਜੋ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਸੈਲਫਲੈਸ ਸਰਵਿਸ ਹਰ ਜਗ੍ਹਾ ਤੇ ਦੇ ਰਹੇ ਹਾਂ, ਤੇ ਅਗਰ ਅਸੀਂ ਇਹ ਸਾਰੀਆਂ ਚੀਜ਼ਾਂ ਸਾਹਮਣੇ ਦੇਖੀਏ ਤੇ ਇਹ ਇੱਕ ਤਰ੍ਹਾਂ ਦਾ ਮਿਥ ਹੈ ਕਿ ਸਾਨੂੰ ਦੁਨੀਆ ਨਾਲ ਕਨੈਕਟ ਹੋਣ 'ਚ ਕੋਈ ਮੁਸ਼ਕਿਲ ਆਉਂਦੀ ਹੈ। ਜਿੱਥੇ ਵੀ ਜਾਵਾਂਗੇ, ਬਿਕੋਜ਼ ਵੀ ਮੇ ਬੀ ਸੈਕਿੰਡ ਗ੍ਰੇਡ ਸਿਟੀਜ਼ਨਸ ਇਨ ਦਾ ਬਿਗਨਿੰਗ, ਥੋੜ੍ਹੇ ਚੈਲੰਜਿਸ ਹਰ ਇੱਕ ਨੂੰ ਆਉਣਗੇ, ਬਟ ਐਸ ਸੱਚ ਸਿੱਖਾਂ ਨੇ ਆਪਣੇ ਕਰਮਾਂ ਨਾਲ, ਆਪਣੀ ਜੋ ਜੀਵਨ ਚੱਲ ਰਿਹਾ ਹੈ ਉਹਦੇ ਨਾਲ ਇੰਨਾ ਸੋਹਣਾ ਸਾਰੀ ਦੁਨੀਆ ਨਾਲ ਕਨੈਕਟ ਬਣਾਇਆ ਕਿ ਜਿੱਥੇ ਲੋਕ ਦਿਨ ਰਾਤ ਮਾਰੇ ਜਾ ਰਹੇ ਸੀ, ਉਹਨਾਂ ਨੂੰ ਘਰਾਂ ਤੋਂ ਦੌੜਨਾ ਪਿਆ, ਸੀਰੀਆ ਵਰਗੀ ਜਗ੍ਹਾ ਤੇ, ਉੱਥੇ ਪਹੁੰਚ ਕੇ ਵੀ ਉਹ ਲੰਗਰ ਛਕਾ ਰਹੇ ਨੇ ਜਿੱਥੇ ਕਿ ਕੋਈ ਸਿੱਖ ਆਬਾਦੀ ਹੈ ਹੀ ਨਹੀਂ।
ये एक बड़िया यूनीक एग्जाम्पल्स हैं। जदों वर्ल्ड इन्हों स्टडी करेगा कि ये कौम की कुछ कर पाए, की कुछ कर रही है और कितनी कोई इन्हों की ओवरऑल नंबर है, तो अपने आप दे विचकार एक हिस्टरी लिखी जाएगी। इस तो अगे की भी स्टोरी है जो अज की स्टोरी है, असी उन्होंने अजे नहीं लिया। जिमें कि असी जानते हैं बॉर्डर पर किस तरह इस टाइम सिख ने, उन्होंने लखां के तादाद में लोग आ रहे हैं और उत्थे सेवा चल रही है, और सारी दुनिया भी सोच पई है भी एक हो किस तरह रहा, इन्ने दिन हो गए। सो एज सच मासिस नाल कनैक्ट होने विच, वो तो खैर इंडिया की गल सी, सारियां एग्जाम्पल इंडिया तो बाहर दियां सी। सो मासिस नाल कनैक्ट होने च कदी भी कोई दिक्कत नहीं है। वो एक मिथ जिहा लगदा कि मासिस नाल कनैक्ट होने च मुश्किल आती है। एक क्वेश्चन आया कि जो एनी सिग्निफिकेंट सोशल इम्पैक्ट ऑफ ब्रांड खालसा दैट इज ए मैटर ऑफ प्राइड फॉर द न्यू जनरेशन। कहते चलो बाहर भी कनैक्ट हो गए, और पुराने वेले की सुनते हैं गुरु साहबान दे वेले, उस तो बाद दा जो समा सी जदों असी जानते हैं कि बहुत सारिया जंगा हुई, बहुत सारिया जंगा जित्तियां, अपने नूं कायम रखना भी मुश्किल सी। बट इस तरह की इतिहास जदों आंदा तो सारे दे सारे बड़ा फख्र महसूस करते हैं। महाराजा रणजीत सिंह के राज तक दियां जदों कहानियां सुनते हैं तो सब बड़ा फख्र महसूस करते हैं। पर साडे कोल एक सवाल आया कि उस तो बाद भी साड़ियां कोई अचीवमेंट है या असी कितने खत्म तो नहीं हो गए, मतलब एक तरह उसी पुरानियां गल्लां पर हुण साडे कोल कुछ भी नहीं है। दे बाद असी कुछ एग्जाम्पल लईआं। 1947 की भारत की वंड जदों कि पार्टीशन होया तो किन्ना हालातां दे विचकार लोग अपना घर छोड़ के आ गए। एक ही समान लियाए होंगे, पोटलियां इन्हां कोल हैं दिख रही, इन्हां पोटलियां विच की लैके आए होंगे, किन्ने को कपड़े होणगे, किन्ने को रजाइयां होणगियां, की कुछ समान होएगा। तो इन हालातां दे विचकार ये रियल पिक्चर है। ये इन्हां हालातां दे विचकार असी आए, पर उत्थे भी हिम्मत नहीं हारी, अपने सारियां नूं हौसला देंदे हुए नाल लैंदे हुए चले। अपने घर पिछों दी उन्हां दे ये हालात सी, और देखो नाल तुरे जा रहे हैं पिछे, अपना घर छोड़ के लोगों ने तबाही मचाई हुई सी। उस टाइम दी रियल पिक्चर्स हैं। और फिर कित्थे भी इतनी डिटरमिनेशन सी कि ये कहंदे सी अपना जीवन असी नवें सिरों शुरू करन तैयार हाँ, साडे कोल कुछ भी नहीं है तां भी की होया। आई थिंक जितने भी इत्थे बैठे हैं इन्हां चों कई सारे इन्हां स्टोरीज नाल किते ना किते असी डायरैक्ट इनडायरैक्ट लिंक रखते हैं। और अखीर च साडी अचीवमेंट यही है कि लाइफ इज़ बैक टू नॉर्मल, ऑल स्कार्स रिमूव फ्रॉम द माइंड एंड हार्ट। कदी भी सानू पिछली जनरेशन ने ये नहीं कहा कि तुसी उन्हां नाल नफरत करो, उन्होंने साडे नाल बुरा किया, असी उन्हां नाल बदला लैना है, ऐसी कोई भी गल नहीं हुई। और बिल्कुल क्लीन हार्ट दे नाल असी दोबारा कौम पूरी खड़ी हो गई है, क्योंकि इतनी मेहनती कौम है, इतनी गुरु साहब की बख्शिश है कि किसी चीज़ तो कोई भी वड्डा कदम लैन तो डरते नहीं है, कहते फतेह होएगी होएगी। सो ये एक बड़ी वड्डी अचीवमेंट सी। इसी दे नाल असी देखिए तो 1948 दे विच कश्मीर का हमला होया, कश्मीर एग्रैशन, जिहदे विचकार कि कबीले जिन्होंने कि आर्मी ने दिते सी हथियार दिते सी कि तुसी कश्मीर च एंटर कर जाओ, आर्मी नूं एंटर करांगे तो उधरों आर्मी आ जाएगी तो तुसी जाके सिविल वार की तरह इनू लड़ो। तो वधदे चले गए। काफ़ी सारा कश्मीर जदों ऑक्यूपाई कर चुका तो फिर साडा देश जाग गया। उन्होंने उस टाइम सिख रेजीमेंट नूं भेजिया भी जिन्ना कश्मीर बचा इनू तुसी बचाओ, और उन्होंने बहुत फौजियां दियां जानां गईयां। इत्थे एक खास चीज़ नोट करन वाली ये है कि ये उस वेले वो लड़ाई लड़ रहे सी जदों ये आप ही अजे पार्टीशन तो बाद इत्थे सैटल होने की कोशिश कर रहे सी। इन्हां दे अपने रिश्तेदार, अपने भैन भरा से अजे एक जिहड़ी सानू पई सी, एक तरह की कहना चाहिए कि सिचुएशन क्रिएट हुई सी जिहदे नाल बहुत ज़्यादा डिस्टर्बेंस हुई। उन्हां हालात के बावजूद भी ये लड़े, और लड़ के इन्होंने कश्मीर जिथे तक वो पहुँच सके सी पहुँच सके, उस तो अगे उन्होंने वधन नहीं दिता, कश्मीर नूं रोक लिया। फिर असी अगर गल करिए कि सिक्स इन इंडियन आर्म्ड फोर्सिस, असी जानते हैं इस कंट्री च आबादी साडी 1.8 या मैक्सीमम 2% के आस पास है, पर साड़ी जो आर्मी च प्रेजेंस है वो 10 to 15 दे विच है। नंबर एग्जैक्टली कभी बाहर नहीं आता, पर इनफॉर्मली जिस तरह पता लगता है कि 10 to 15% तक असी आर्मी दे विचकार हाँ। फिर असी एक एग्जाम्पल दिंदे हां 1960 दे विचकार, क्योंकि असी बच्चे कहते सी कि
महाराजा रणजीत सिंह तो बाद ते कुछ ऐसा फकर वाला होया होए तो सानू दसना चाहिए, साडा अपना इतिहास है। एक ईरान दे कोर्ट दे विचकार एक गवाह दी स्टोरी है। एक ही होया कि एक उत्थे किसी दा मर्डर होया, कतल होया, और उस कोर्ट दे विचकार 1960 दी गल है। जो उन्हें मर्डर किया सी या जो भी एक्यूज सी, उन्हें 39 गवाह खड़े करते, सब ने आए उत्थे, उन्होंने दसिया इस टाइम मेरे कोल सी, इत्थे सी, जो भी है, जिस तरह की भी गवाही होंदी है, उन्हें 39 गवाह सन। बट सरप्राइजिंगली एक सिख ने भी वो मर्डर होंदे हुए देख लिया सी, और जो सिख ने मर्डर होंदे हुए देखा तो वो पहुंच गया उत्ते, उन्हें कल्ले ने गवाही दी कि मर्डर इस ही बंदे ने किया और मैं खुद गवाह, मैं उत्थे प्रेजेंट सी। सो एक जड़ा सिख है 39 विटनेसेस दे अगेंस्ट खड़ा हो गया, और सब नू ज़्यादा हैरानगी होएगी कि जज ने जो फैसला है वो कल्ली विटनेस दे बेस से देता, और उन्हें अपनी जजमेंट च लिखा कि 39 गलत हो सकते हैं जोड़े लोकल्स हैं, सिख झूठ नहीं बोलता, इस करके साड़ी उस गवाही की कीमत बहुत ज़्यादा है, जिन्हें अपनी हिम्मत दिखा के आया और सानू आके गवाही दे रहा कि उन्हें खुद मर्डर होंदे हुए देखा। ये एक ऐतिहासिक चीज़ है जिहड़ी कि एक्चुअली स्टोरीज दे विच जानी चाहिए है, पर इस तरह दियां होर भी हंड्रेड्स ऑफ स्टोरीज में भी दे जिन्होंने असीं कैप्चर नहीं कर पाए, पर इन्नी टचिंग सी। इहदी जो अखबार विच छपया सी उस टाइम ते जो लोगों ने देखा सी वो कहते हैं कि बंगला साहब गुरुद्वारे के बाहर अखबारों दी कटिंग्स लगियां सन, असीं शायद प्रिजर्व ही नहीं कर पाई हुई चीज़ां, और ईरान दा कोर्ट एक जजमेंट दे रहा। सो साड़ियां अचीवमेंट जिहड़ियां ने कोई अगर दूसरी कंट्री का जज अपने 39 विटनेसिस दे अगेंस्ट कह रहा हो, एक सिख भी बथेरा है, क्योंकि सिख कभी झूठ नहीं बोल सकता, तो मैं इसनूं कतल ही मन्नांगा इस बंदे ने किया। सो दीज आर द काइंड ऑफ थिंग्स विच हैव हैपन। फिर तुहानूं याद होना साडे चों बहुत सारे नूं 1979 दे विचकार दिल्ली च एक बड़ी गंदी वारदात हुई सी, और 2 बच्चे सी, उन्हां दिनां च लोग लिफ्ट लै लिया करदे सी अंगूठा दिखा के। 2 बच्चियां ने ऑल इंडिया रेडियो जाना सी अपना प्रोग्राम कुछ देण, ते किसी कोलों लिफ्ट मंगी, ते ये 2 बंदे रंगा बिल्ला दे नां दे बंदे सन। इन्हां ने बच्चियां नूं गुमराह करके बुद्धा जयंती पार्क लै गए, उत्थे काफ़ी कुछ गलत कुछ होया, बच्चियां ने काफ़ी फाइट दित्ती इन्हां नूं। हुण इहदे विचकार अजे तक स्टोरी च कित्थे कोई भी सिख नहीं इनवॉल्व, पर की होया कि इस तो बाद एक बड़ा मशहूर अखबार सी, उन्हां दिनां च अखबारां च लोग बिलीव करदे सी, अखबारां बड़ियां अनबायस्ड खबरां छापिया करदियां सी, और उन्होंने एक सर्वे किया और लेडीज़ नूं ये पूछा गया कि अगर तुसी और कोई ऑटो रिक्शा ते जाना पे तुहानूं, और तुहानूं बंदे दा धर्म देख के पता लग जाए किसी तरह कि वो हिंदू सिख मुस्लिम कोई भी है, तो तुहाडी प्रेफरेंस किहदे नाल जाण दी होएगी। उस टाइम जो सिख पॉपुलेशन दिल्ली दे विच सी वो 6% सी, और उस सर्वे दे रिजल्ट अखबार ने छापण की भी हिम्मत की। उन्हें कहा कि 56% कुड़ियां ने और लेडीज़ ने कहा वी विल फील सेफ विद द सिख ऑटो ड्राइवर। टैक्सियां नहीं सी चलदियां, ऑटो ही चलते सन। इमेजिन करिए कि साडा वो किरदार रहा साडी, ते मतलब सानू फख्र होना चाहिए कि 6% साडी आबादी होए और 56% सानू लोग कह रहे हों। जो भी उन्होंने सर्वे 500-700 नूं पुछया होना, 100 नूं पुछया होना, असीं याद नहीं है, बट उन्होंने डेटा पब्लिश किया और बाकी सब नूं मिला के 44% सन। सो असी ये कहिए कि साड़ियाँ रीसेंट टाइम दे विच अचीवमेंट नहीं है, असी शायद कुछ गवा जरूर रहे हैं अपने हथों, इहदे च कोई डाउट नहीं है, बिकॉज वी आर नॉट केयरफुल। पर एक टाइम सी कि असी वो भी सब अचीव किया। 1979 दे ये जो कांड होया सी उस तो बाद इमीजिएटली सर्वे सी, और बहुत ही रेप्यूटेड अखबार सी, उन्हें छापया। और फिर असी जानते हैं कि अज दिन तक जो लंगर है, लंगर फॉर नो हंगर, भुख तो मुक्ति के लिए सारी दुनिया दे विच हुण असी जाने जाते हैं। सो वैन वी आर काउंटिंग रीसेंट टाइम अचीवमेंट्स, असी क्या ये भी बहुत जरूरी है कि इनू इस ट्रेडिशन नू जो गुरु नानक साहब ने शुरू की सी वो किस तरह कितने सोहने तरीके नाल चलती आ रही है। असी इक्वैलिटी भी उहदे नाल शो हुंदी है, एक भुख दे अगेंस्ट साडी लड़ाई भी है।
सो ये भी एक बड़ी वड्डी अचीवमेंट मनी जाती है। इस तो इलावा जो वर्ल्ड रिकोगनाइजेस एज वन ऑफ द ब्रेवेस्ट कम्युनिटीज़ ते ब्रेवरी एट इट्स बेस्ट जिहदे ते एक पिक्चर भी पिछे बनी केसरी, वो सारागढ़ी बैटल दी सी जो 12 सितंबर 1887 ਦੇ ਵਿੱਚ ਸੀ। ਹਾਲਾਂਕਿ ਇਹ ਰੀਸੈਂਟ ਟਾਈਮ ਦੀ ਗੱਲ ਨਹੀਂ ਹੈ, ਪਰ ਰੀਸੈਂਟ ਟਾਈਮ ਦੇ ਵਿੱਚ ਇਸ ਲੜਾਈ ਦੀ ਜਿੱਤ ਨੂੰ 3 ਕੰਟਰੀ ਸਾਨੂੰ ਪਤਾ ਲੱਗਿਆ, ਉਹਨਾਂ ਚੋਂ ਇੱਕ ਇਜ਼ਰਾਈਲ ਹੈ ਜਿਨ੍ਹਾਂ ਨੇ ਆਪਣੇ ਸਕੂਲ ਦੀਆਂ ਬੁੱਕਸ ਦੇ ਵਿੱਚ ਵੀ ਕਾਊਂਟ ਕੀਤਾ ਹੈ। ਐਂਡ ਇਟ ਇਜ਼ ਦ ਸੈਕਿੰਡ ਅਮੰਗਸਟ ਦ ਟੌਪ ਬੈਟਲਸ ਫੌਟ ਸਟੋਰੀ is taught also in some schools or countries. So इस दुनिया रिकोगनाइज कर दी है कि बहुत बहादुर है, और बहादुरी का जिस तरह उससे पहले भी जिक्र कर रहे थे, अजकल भी कुछ एक मुहिम चली हुई है जिथे काफ़ी ज़्यादा बहादुरी नाल डटे हुए हैं। सो एज सच साड़ियाँ रीसेंट टाइम दे विच भी अचीवमेंट घट नहीं है। वक्त है हुण कि असी सब नूं बच्चों नूं नैक्सट जनरेशन नूं मोटिवेट करिए कि वो भी इतने सोहने काम करन, ਜਿਹੜੇ ਪ੍ਰੋਗਰਾਮ ਚੱਲ ਰਹੇ ਉਹਨਾਂ ਨੂੰ ਅੱਗੇ ਲੈ ਕੇ ਜਾਣ, ਔਰ ਬਾਕੀ ਕੌਮ ਦੀ ਜੋ ਹੈ ਉਹ ਬਿਹਤਰੀ ਲਈ ਜੋ ਵੀ ਕਰਦੇ ਜਾਣਗੇ ਉਹ ਕੌਮ ਨੂੰ ਉਹਦੇ ਨਾਲ ਫਾਇਦਾ ਹੀ ਹੋਏਗਾ। ਇੱਕ ਸਵਾਲ ਆਇਆ ਕਿ ਆਪਣੇ ਸ਼ਿੰਗਾਰ ਲਈ ਅਸੀਂ ਕੀ ਕਾਸਮੈਟਿਕ ਤਬਦੀਲੀਆਂ ਕਰ ਸਕਦੇ ਹਾਂ। ਇਹ ਕਾਸਮੈਟਿਕ ਵਰਡ ਕਾਸਮੈਟਿਕਸ ਟਿਪੀਕਲ ਕਾਸਮੈਟਿਕ ਨਹੀਂ ਕਿ ਜੋ ਅਸੀਂ ਬਾਜ਼ਾਰੋਂ ਲਿਆ ਕੇ ਲਗਾਉਂਦੇ ਹਾਂ। ਕਾਸਮੈਟਿਕ ਚੇਂਜਸ ਮੀਨਸ ਜੋ ਕਿਸੇ ਤਰ੍ਹਾਂ ਦੇ ਜੋ ਛੋਟੇ ਮੋਟੇ ਬਦਲਾਵ ਨੇ ਆਪਣੀ ਅਪੀਅਰੈਂਸ ਦੇ ਵਿੱਚ, ਉਹ ਸਾਨੂੰ ਕਿਹੜੇ ਕਿਹੜੇ ਪਰਮਿਟਡ ਨੇ। एक टफ क्वेश्चन सी साढ़े सामने कि ये बहुत सारे एस्पैक्ट ने, और जितने भी एस्पैक्ट हैं उन्होंने किते ना किते सानू स्टडी करना पिया कि कित्थे उहदा जिक्र गुरु ग्रंथ साहब चाहता है या हुक्मनामिया चाहता है या रहत मर्यादा चाहता है। सो असी देखा कि साढ़े को अदर देन गुरु ग्रंथ साहब जिहड़े 3 होर सोर्सिस हैं। गुरु ग्रंथ साहब ते टॉप मतलब सानू हर तरह नाल सामने पहले गुरु ग्रंथ साहब की अगवाई दे विच ही चलना पेगा। एक तो है 52 हुक्मनामाज इशूड बाय गुरु गोबिंद सिंह जी। अच्छा, ये जो 52 हुक्मनामे हैं, हालांकि जो रीसेंट रिसर्च है उहदे विच भी काफ़ी कुछ क्वेश्चन मार्क है कि वाकई हुक्मनामे जारी हुए सी या किसी होर तरीके नाल इकट्ठे हुए हैं, कुछ इन्हां चों हैं कुछ नहीं है, किस तरह होया वो हिस्ट्री अजे भी पूरी तरह क्लीयर नहीं है। पर जो भी है मतलब साढ़े सामने तो है ही है, असी उससे क्वेश्चन भी ना करिए, मान लीए कि है। दूसरी साढ़े को एक सिख रहत मर्यादा कि सिख रहत मर्यादा के की विचार हैं। और जो तीसरी चीज़ है कि प्रैक्टिस एडवाइस ड्यूरिंग अमृत संचार, इत्थे आके बहुत ज़्यादा फर्क शुरू हो गया। बहुत ज़्यादा अमृत संचार वेले सब ने अपनी अपनी कोई प्रैक्टिस चलाई है, उहदे काफ़ी ज़्यादा डिफरेंसिस हैं। और तुसी कित्थे अमृत छकदे हो वो हौले हौले उहदे ते डिपेंड करन लग गया, विच इज़ नॉट गुड। चाहिदा ते अकाल तख्त साहब नूं है कि पूरी अमृत संचार मर्यादा नूं पूरा डिटेल दे विच कंप्लीट करन, और इक्को प्रैक्टिस है जो फॉलो होनी चाहिए है। हालांकि आपस विच कोई द्वेष नहीं है, कोई झगड़ा नहीं है, सब अपने अपने तरीके नाल सोहना चल रहे हैं, इकट्ठे जाते हैं, सब गुरुद्वारे बैठते हैं, पर भी वो डिफरेंसिस नहीं सी होने चाहिए, पर वो डिफरेंसिस आ चुके हैं। सो गुरु ग्रंथ साहब तो इलावा साढ़े कोल 3 सोर्सिस हैं, और असी कोशिश की कि देखिए गुरु साहबान या फिर सानू ओवरऑल की सेध मिलती है। हुण जो साढ़े सामने असी कंक्लूजन कड्ढण की कोशिश की है, वो ज़रूरी भी नहीं है कि कंक्लूजन नाल सब सहमत होण, सब दे अपने विचार भी हो सकते हैं, विचारां च डिफरेंसिस भी हो सकते हैं, पर झगड़ा कोई नहीं, और सानू थोड़ा जिहा समझण की लोड़ है। असी सब नाल पहलां देखिए किन्ना कॉस्मैटिक चेंजिस की गल है। एक तो दुमाला और टर्बन, करीब 150 साल तो पहले दे जो सानू इतिहास मिलता उस टाइम सब दुमाला ही बनते सन। जो पगड़ी है उहदा बाद विच चलन शुरू होया, स्टाइल बनण दा बदलिया। दुमाला जिस तरह बनिया जांदा, दुमाला नूं सिर तो उतारिया भी नहीं जा सकता, उहदा अगर उतारना है तो साडे कोल होर कोई शॉर्टकट नहीं, वो एक एक लड़ खोल के उतरदा भी है, गोल क्योंकि बनिया जांदा और काफ़ी कस के बनिया हुंदा। और मैन एंड वीमेन बोथ कैन वेयर। हुक्मनामिਆਂ ਦੇ विचकार ਇਹਦਾ जिक्र आया है कि दस्तार सजा के रखनी, और दस्तार च दुमाला की टर्बन है वो थोड़ा डिफरेंस है, पर विमेन के लिए ऑप्शनल रखा गया रहत मर्यादा के अंदर। सो जो विमेन है वो
ਪੱਗ ਪੱਗ ਤੇ ਨਹੀਂ ਦੁਮਾਲਾ ਬੰਨਣ ਜਾਂ ਨਹੀਂ ਬੰਨਣ, ਉਹਨਾਂ ਕੋਲ ਚੋਇਸ ਦਿੱਤੀ ਗਈ ਹੈ ਸਿਰ ਕਵਰ ਕਰਕੇ ਰੱਖਣਾ। ਸਿੱਧੂ ਜੀ ਦਾ ਪ੍ਰੋਬੇਬਲ ਕਨਕਲੂਜਨ ਹੈ ਕਿ ਯੈਸ ਜੈਂਟਸ ਦੇ ਲਈ ਯੈਸ ਹੈ ਔਰ ਵਿਮਨ ਦੇ ਲਈ ਆਪਸ਼ਨਲ ਹੈ। ਫਿਰ ਅਸੀਂ ਲੈਂਦੇ ਹਾਂ ਕਰੀਮਸ, ਆਇਲਸ, ਕੰਡੀਸ਼ਨਰਸ ਵਗੈਰਾ। ਇੱਥੇ ਅਸੀਂ ਸਟਾਰ ਲਗਾਇਆ ਕਿਉਂਕਿ ਨੀਚੇ ਲਿਖਿਆ ਕੈਮੀਕਲਸ, ਮਤਲਬ ਜਿਨ੍ਹਾਂ 'ਚ ਕੈਮੀਕਲ ਵੀ ਯੂਜ਼ ਹੁੰਦੇ ਆ ਜਾਂ ਨੈਚੁਰਲ ਵੀ ਹੁੰਦੇ ਆ। ਸੋ ਕਰੀਮ, ਆਇਲ, ਕੰਡੀਸ਼ਨਰ ਮੈਨ ਵਿਮਨ ਦੋਨਾਂ ਲਈ ਹੈ, ਕਿਉਂਕਿ ਇਹਦੇ 'ਚ ਕਿਤੇ ਵੀ ਇਸਦਾ ਜ਼ਿਕਰ ਨਹੀਂ ਆਇਆ ਨਾ ਹੁਕਮਨਾਮਿਆਂ ਰਹਿਤ ਮਰਿਆਦਾ ਵਿੱਚ। ਯੈਸ ਵੀ ਕੈਨ ਯੂਜ਼ them although it's an external thing which is applied on face ਔਰ ਜਿਸ ਵੀ ਤਰ੍ਹਾਂ ਹੈ। ਆਈਬ੍ਰੋਜ਼ ਪਲਕਿੰਗ ਵਿਮਨ ਦਾ ਖਾਸ ਤੌਰ ਤੇ ਇਹਦਾ ਇਨਡਾਇਰੈਕਟ ਜ਼ਿਕਰ ਜ਼ਰੂਰ ਆਇਆ ਹੈ। ਰਹਿਤ ਮਰਿਆਦਾ ਵਿੱਚ ਵੀ ਰੋਮਾਂ ਦੀ ਬੇਅਦਬੀ ਨਹੀਂ ਕਰਨੀ ਔਰ ਹੁਕਮਨਾਮਿਆਂ ਵਿੱਚ ਵੀ ਹੈ। ਇਸ ਕਰਕੇ ਆਈਬ੍ਰੋਜ਼ ਨੂੰ ਵੀ, ਕਿਉਂਕਿ ਸਾਡਾ ਸੰਪੂਰਨ ਕੀ ਕਹਿੰਦੇ ਨੇ ਜਿਹਨੂੰ ਸਾਬਤ ਸੂਰਤ, ਤੇ ਉਹਦੇ ਵਿਚਕਾਰ ਹੋਣ ਕਰਕੇ ਆਈਬ੍ਰੋਜ਼ ਨੂੰ ਵੀ ਪਲਕ ਨਹੀਂ ਕਰਨਾ ਚਾਹੀਦਾ। ਆਨਸਰ ਇਜ਼ ਨੋ, ਕਿ ਨਹੀਂ ਸਾਨੂੰ ਕਰਨੀਆਂ ਚਾਹੀਦੀਆਂ ਆਈਬ੍ਰੋਜ਼ ਦਾ। ਪੀਅਰਸਿੰਗ ਈਅਰਸ ਐਂਡ ਨੋਜ਼, ਕੰਨਾਂ ਨੂੰ ਔਰ ਨੱਕ ਨੂੰ ਛੇਦਣ ਦਾ, ਉਹ ਵੀ ਵਿਮਨ ਦੇ ਵਿੱਚ ਜ਼ਿਆਦਾ ਹੈ। ਅੱਜ ਕੱਲ੍ਹ ਕੁਝ ਜੈਂਟਸ ਵੀ ਕਰਨ ਲੱਗ ਗਏ ਹਨ, ਬਟ ਖੈਰ ਸਿੱਖਾਂ ਵਿਚਕਾਰ ਤੇ ਨਹੀਂ ਹੈ। ਸੋ ਹੁਕਮਨਾਮਿਆਂ ਦੇ ਵਿੱਚ ਦਾ ਕੋਈ ਜ਼ਿਕਰ ਨਹੀਂ ਹੈ। ਰਹਿਤ ਮਰਿਆਦਾ ਦੇ ਵਿੱਚ ਲਿਖਿਆ ਨੋ, ਨਹੀਂ ਕਰਨਾ ਚਾਹੀਦਾ। ਪਰ ਕਿਉਂਕਿ ਅਗਰ ਅਸੀਂ ਦੇਖੀਏ ਔਰਤ ਸ਼ਿੰਗਾਰ ਦੀ ਗੱਲ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦੋ ਇੱਕ ਸਥਾਨਾਂ ਤੇ ਬੜੀ ਪ੍ਰੋਮੀਨੈਂਟਲੀ, ਇੱਕ ਸੁਖਮਨੀ ਸਾਹਿਬ ਔਰ ਇੱਕ ਕਬੀਰ ਜੀ ਦਾ ਸ਼ਲੋਕ ਵੀ ਹੈ, ਕੰਚਨ ਕੇ ਕੁੰਡਲ ਬਨੇ ਉੱਪਰ ਲਾਲ ਜੜਾਓ, ਕਿ ਨਾਮ ਜ਼ਰੂਰ ਜਾਣਾ ਚਾਹੀਦਾ ਕੰਨਾਂ 'ਚ, ਨਹੀਂ ਤੇ ਕੰਨ ਵੀ ਸਾਨੂੰ ਬਹਿਰੇ ਦਿਖਦੇ ਹਨ। ਤੇ ਵੈਸੇ ਸੱਚ ਉਹਨਾਂ ਨੇ ਮੰਨਿਆ ਕਿ ਇਹ ਕੁੰਡਲ ਵੀ ਪਾਉਣ 'ਚ ਕੋਈ ਉਹ ਨਹੀਂ ਹੈ, ਜੇ ਕੰਨਾਂ ਦੇ ਵਿੱਚ ਰੱਬ ਦਾ ਨਾਮ ਹੈ ਤਾਂ ਕੋਈ ਦਿੱਕਤ ਨਹੀਂ ਹੈ। ਸੋ ਇਹ ਵੀ ਹੋ ਸਕਦਾ ਹੈ ਮੇ ਬੀ ਕੈਟੇਗਰੀ ਹੋਏ, ਪਰ ਅਸੀਂ ਇਹਦੇ ਤੇ ਕੋਈ ਫਾਈਨਲ ਕਨਕਲੂਜਨ ਨਹੀਂ ਦੇ ਰਹੇ, ਸਾਨੂੰ ਡਾਊਟ ਹੈ। ਫਿਰ ਆਉਂਦਾ ਲਿਪਸਟਿਕ ਵਗੈਰਾ, ਦਿਸ ਆਲਸੋ ਯੂਜ਼ਸ ਕੈਮੀਕਲਸ। ਇਹ ਵਿਮਨ ਦੇ ਲਈ ਹੈ, ਹੁਕਮਨਾਮਿਆਂ ਵੇਲੇ ਨਾਟ ਐਪਲੀਕੇਬਲ, ਕਿਉਂਕਿ ਉਸ ਟਾਈਮ ਸ਼ਾਇਦ ਇਹ ਕਾਸਮੈਟਿਕ ਸੀ ਹੀ ਨਹੀਂ। ਰਹਿਤ ਮਰਿਆਦਾ 'ਚ ਦਾ ਕੋਈ ਵੀ ਜ਼ਿਕਰ ਨਹੀਂ ਹੈ, ਇਸ ਕਰਕੇ ਮੇ ਬੀ ਜਾਂ ਮੋਸਟ ਪ੍ਰੋਬੇਬਲੀ ਯੈਸ ਵਾਲੀ ਜਾਣਾ ਚਾਹੀਦਾ, ਕਿਉਂਕਿ ਕੈਮੀਕਲ ਯੂਜ਼ ਹੋ ਰਹੇ ਨੇ। ਬਟ ਠੀਕ ਹੈ, ਆਈ ਥਿੰਕ ਇਟ ਵਿਲ ਬੀ ਮੋਰ ਲਾਈਕ ਏ ਯੈਸ, ਕਿ ਯੈਸ ਲਿਪਸਟਿਕ ਲਗਾ ਸਕਦੇ ਹਾਂ। ਟਾਈਂਗ ਬੀਅਰਡ, ਦਾੜੀ ਨੂੰ ਬੰਨਣਾ, ਜੋ ਕਿ ਮੈਨ ਦੇ ਲਈ ਐਪਲੀਕੇਬਲ ਹੈ। ਨਾ ਤੇ ਇਹਦਾ ਹੁਕਮਨਾਮਿਆਂ ਜ਼ਿਕਰ ਹੈ, ਨਾ ਰਹਿਤ ਮਰਿਆਦਾ ਜ਼ਿਕਰ ਹੈ। ਤੋ ਸ਼ਾਇਦ ਉਹਦੀ ਐਡਵਾਂਟੇਜ ਲੈ ਕੇ ਕਹੋ ਜਾਂ ਕੁਛ ਵੀ ਕਹੋ, ਬਹੁਤ ਵੱਡੀ ਕਮਿਊਨਿਟੀ ਨੇ ਦਾੜੀ ਬੰਨਣੀ ਸ਼ੁਰੂ ਕਰਤੀ ਹੈ। ਔਰ ਇਹ ਵੀ ਜੋ ਲਿਟਰੇਚਰ ਤੋਂ ਜੋ ਥੋੜ੍ਹਾ ਬਹੁਤ ਪਤਾ ਲੱਗਿਆ, ਉਹ ਪਿਛਲੀ ਸੈਂਚੁਰੀ ਦੇ ਸ਼ੁਰੂ ਵਿੱਚ ਸੀ, 1900 ਮੇ ਬੀ 2-4 ਦੇ ਆਸ-ਪਾਸ, ਜਦੋਂ ਦਾੜੀ ਬੰਨਣ ਦੀ ਪ੍ਰਥਾ ਥੋੜ੍ਹੀ ਸ਼ੁਰੂ ਹੋਈ। ਸੋ ਉਹ ਫਿਰ ਅਜੇ ਤੱਕ ਤੇ ਅਸੀਂ ਨੂੰ ਯੈਸ ਮੰਨ ਕੇ ਹੀ ਚੱਲ ਰਹੇ ਹਾਂ। ਬੀਅਰਡ ਫਿਕਸਰ, ਦਾੜੀ ਨੂੰ ਫਿਕਸਰ ਲਗਾਉਣਾ, ਜਿਹਦੇ ਵਿੱਚ ਕਿ ਕੈਮੀਕਲ ਫਿਰ ਯੂਜ਼ ਹੁੰਦਾ ਮੈਨ ਦੇ ਲਈ। ਹੁਕਮਨਾਮਿਆਂ ਵੇਲੇ ਇਟਸ ਨਾਟ ਐਪਲੀਕੇਬਲ, ਤਾਂ ਤੱਕ ਇਹ ਸੀ ਹੀ ਨਹੀਂ। ਰਹਿਤ ਮਰਿਆਦਾ ਵੀ ਦੇ ਬਾਰੇ ਕੁਆਇਟ ਹੈ, ਸ਼ਾਂਤ ਹੈ। ਹੋ ਸਕਦਾ ਕਿਉਂਕਿ ਇਹਦੇ 'ਚ ਵੀ ਕੈਮੀਕਲ ਯੂਜ਼ ਹੈ, ਅਸੀਂ ਨੂੰ ਮੇ ਬੀ ਕੈਟੇਗਰੀ 'ਚ ਰੱਖਿਆ ਕਿ ਸਿਰਫ ਦਾੜੀ ਬੰਨ ਲਓ, ਪਰ ਜ਼ਰੂਰੀ ਨਹੀਂ ਫਿਕਸਰ ਲਗਾਓ। ਐਸੀ ਪੋਸੀਬਿਲਿਟੀ ਵੀ ਹੈ, ਕਰ ਸਕਦੇ ਹਾਂ ਜਾਂ ਨਹੀਂ। ਬੀਅਰਡ ਨੂੰ ਡਾਈ ਕਰਨਾ, ਇਹਦੇ ਵਿੱਚ ਸਾਡੇ ਕੋਲ ਦੋ ਤਰ੍ਹਾਂ ਦੇ ਡਾਈਜ਼ ਹੈ, ਨੈਚੁਰਲ ਵੀ ਔਰ ਕੈਮੀਕਲ ਵਾਲੇ ਵੀ, ਜੋ ਕਿ ਮੈਨ ਹੀ ਕਰਦੇ हैं। ਹੁਕਮਨਾਮਿਆਂ ਦੇ ਵਿਚਕਾਰ ਇਹਦੀ ਕੋਈ ਜ਼ਿਕਰ ਨਹੀਂ ਹੈ, ਬਟ ਰਹਿਤ ਮਰਿਆਦਾ ਦੇ ਵਿੱਚ ਨੋ ਲਿਖਿਆ, ਦਾੜਾ ਨਹੀਂ ਰੰਗਣਾ। ਵੇਅਰਐਜ਼ ਹੇਅਰ ਡਾਈ ਦੇ ਬਾਰੇ ਕੁਝ ਵੀ ਨਹੀਂ ਲਿਖਿਆ ਰਹਿਤ ਮਰਿਆਦਾ ਦੇ ਵਿਚਕਾਰ, ਜੋ ਕਿ ਵਿਮਨ ਲਈ ਹੈ। ਸੋ ਇੱਥੇ ਇੱਕ ਕੁਐਸਚਨ ਮਾਰਕ ਦੇ ਤੌਰ ਤੇ ਵੀ ਲੱਗਿਆ ਕਿ ਅਗਰ ਦਾੜੀ ਰੰਗਣ ਤੇ ਲਿਖਿਆ ਗਿਆ ਹੈ ਤੇ ਹੇਅਰ ਡਾਈ ਤੇ ਕਿਉਂ ਨਹੀਂ ਲਿਖਿਆ ਗਿਆ। ਰਹਿਤ ਮਰਿਆਦਾ ਨੂੰ ਇੱਕ ਵਾਰ ਵਾਚਣਾ ਪਏਗਾ। ਸਾਡੇ ਸਾਹਮਣੇ ਕਨਫਿਊਜ਼ਨ ਹੈ ਇਸ ਨੂੰ ਲੈ ਕੇ, ਤੇ ਆਈ ਥਿੰਕ ਜਿਤਨੇ ਵੀ ਮੇ ਬੀ ਦੇ ਆਨਸਰ ਹੈ, ਵੀ ਲੁੱਕ ਫਾਰਵਰਡ ਟੂ ਦਾ ਕਮਿਊਨਿਟੀ ਕਿ ਆਪਣਾ ਜੋ ਵੀ ਸੇਧ ਹੋਵੇ ਉਹ ਦੱਸਣ। ਯੈਸ ਵਾਲੇ ਕਲੀਅਰ ਹੈ, ਨੋ ਵਾਲਾ ਆਈਬ੍ਰੋਜ਼ ਦਾ ਇੱਕ ਕੇਸ ਕਲੀਅਰ ਹੈ, ਆਪਸ਼ਨਲ ਵਾਲਾ ਕਲੀਅਰ ਹੈ, ਜਿਵੇਂ ਦਸਤਾਰ ਬੰਨਣ ਦਾ ਕਿ ਦੁਮਾਲਾ ਬੰਨਣ ਦਾ ਲੇਡੀਜ਼ ਲਈ ਉਹ ਬਣ ਸਕਦੀਆਂ। ਔਰ ਇਸ ਕਰਕੇ ਅਸੀਂ ਨਹੀਂ ਜਾਣਦੇ ਮੇ ਬੀ ਦੇ ਫਾਈਨਲ ਆਨਸਰ ਸਾਨੂੰ ਕਦੋਂ ਕਿੱਥੋਂ ਮਿਲਣਗੇ, ਬਟ ਤਾਂ ਤੱਕ ਕਮਿਊਨਿਟੀ ਦੇ ਵਿੱਚ ਹੋ ਰਿਹਾ, ਔਰ ਸ਼ਾਇਦ ਕੋਈ ਬਹੁਤ ਜ਼ਿਆਦਾ ਇਹਨੂੰ ਸੀਰੀਅਸਲੀ ਵੀ ਨਹੀਂ ਲਿਆ ਜਾ ਰਿਹਾ। ਹੁਣ ਅਸੀਂ ਅਗਰ ਵੈਸੇ ਦੂਸਰੇ ਤਰੀਕੇ ਨਾਲ ਕੰਪੈਰੀਜ਼ਨ ਕਰੀਏ ਕਿ ਜੋ ਦਾੜੀ ਬੰਨਣ ਦਾ ਜਾਂ ਇਹ ਅਰਬਨ ਵਰਕਿੰਗ ਕਲਾਸ ਤੋਂ ਸ਼ੁਰੂ ਹੋਇਆ 20th ਸੈਂਚੁਰੀ ਦੇ ਸ਼ੁਰੂ ਵਿਚਕਾਰ,
ਤੇ ਅਗਰ ਅਸੀਂ 3 ਸਰੂਪ ਦੇਖਦੇ ਹਾਂ ਸਾਡੇ ਸਾਹਮਣੇ, ਇੱਕ ਭੈਣ ਦਾ ਸਰੂਪ ਹੈ, ਇੱਕ ਸਾਡੇ ਨਾਲ ਹੋਰ ਹੈ ਜਿਨ੍ਹਾਂ ਨੇ ਪੱਗ ਬੰਨੀ ਹੈ, ਦੁਮਾਲਾ ਨਹੀਂ ਦਾੜੀ ਖੁੱਲੀ ਹੈ, ਔਰ ਤੀਸਰੇ ਪਗੜੀ ਦੇ ਨਾਲ ਦਾੜੀ ਬੰਨੀ ਹੋਈ ਹੈ। ਤੇ ਅਗਰ ਅਸੀਂ ਇਹਨੂੰ ਵੈਸੇ ਕਹੀਏ ਕਿ ਅਗਰ ਅਸੀਂ ਇਤਿਹਾਸਿਕ ਤੌਰ ਤੇ ਦੇਖਦੇ ਹਾਂ ਤੇ ਇਹ ਬਹੁਤ ਹੀ ਅੱਛੀ ਗੱਲ ਹੈ ਅਗਰ ਕੋਈ ਦੁਮਾਲਾ ਬਣ ਸਕਦਾ, ਬਟ ਇਹ ਆਪਸ਼ਨਲ ਹੈ। ਜਿਸ ਤੱਕ ਇਹਦੀ ਗੱਲ ਹੈ ਇਹ ਵੀ ਠੀਕ ਹੈ, ਪਰ ਅਗਰ ਦੁਮਾਲਾ ਬਣਨ ਤੇ ਸ਼ਾਇਦ ਇਹ ਵੀ ਬਹੁਤ ਅੱਛੀ ਗੱਲ ਹੋਏ, ਪਰ ਇਹ ਵੀ ਐਕਸੈਪਟੇਬਲ ਹੈ। ਔਰ ਜੋ ਹੈ ਇਹ ਵੀ ਅੱਜ ਦੀ ਤਾਰੀਖ ਦੇ ਵਿੱਚ ਐਕਸੈਪਟੇਬਲ ਹੈ। दाढ़ी बनना और पग भी बनना, तो दुमाला नहीं है, दाढ़ी खुली नहीं है, उसकी एक्सेप्टेंस है। तो जो समझ जो ज़्यादा ज़रूरी चीज़ है कि कीप द बेसिक स्वरूप इंटैक्ट, जो बेसिक स्वरूप है उन्होंने ज़रूर इंटैक्ट रखा जाए। कीप एंड प्रोटेक्ट हेयर एंड बियर्ड, उन्होंने छेड़खानी उस तरह नहीं करनी कि जिवें उस तरह लैके करना है या कुछ है। सो ये एक तरह के कनक्लूजनस है। और क्योंकि बेसिक चीज़ ਨਾਲ कोई छेड़खानी नहीं हुई है तो काइंड ऑफ सोसाइटी ਨੂੰ एक्सैप्ट करके चलती जा रही है। बट ਅਸੀਂ नहीं जानते, हो सकता आने वाले समय कोई होर सानू प्रॉपर सेध मिले तो शायद उस तो बाद पता लगेगा होर की रिजल्ट है। स्वरूप विच रहना असुविधाजनक मन्निया जाता है। स्टेइंग इन फॉर्म इज इनकन्वीनियंट। जो रियलिटी है वो ये है कि दुनिया की कोई भी चीज़ जो वर्थवाइल है, इज़ इट कन्वीनियंट टू रेज चिल्ड्रन, कि बच्चों को वड्डा करना आसान है, उहदे च बड़ी इनकन्वीनियंस है। मतलब कई घंटे रोज़ दे लगते हैं, तो इट्स इनकन्वीनियंस बट इट्स अ प्लेजर। इज़ इट कन्वीनियंट टू हैल्प एल्डरली, कि बजुर्गों की सेवा करना कोई आसान है तो नहीं है, पर सैटिस्फैक्शन भी नहीं है उहदे बिना। इट ब्रिंग्स लॉट ऑफ सैटिस्फैक्शन इन लाइफ। कि ऑफिस स्लीपर पा के जाना आसान नहीं है, ये जोड़े सारा दिन पैर बन्ने रहते हैं तो ऑफिस स्लीपर ही पा के जाना चाहिए। बट इट इज़ कन्वीनियंट बट नॉट ए डिसिप्लिन। हो सकता है कुछ ऑफिस दे विच डिसिप्लिन चप्पल ही होए तो ठीक है, पर अगर किसी ऑफिस का डिसिप्लिन चप्पल नहीं है, शूज़ ही है, तो वो इनकन्वीनियंट होंदे हुए भी करते हैं लोग। इज इट नॉट कन्वीनियंट टू वियर लुंगी वाइल प्लेइंग ए मैच? इतने वियर वर्ड नहीं लिखा है कि लुंगी पा के बंदा कहता मैं मैच ज़्यादा सोहना खेड सकदा, ज़्यादा रन बनावांगा, बहुत सोहना खेडांगा। इट इज़ कन्वीनियंट बट दैट इज़ नॉट द रूल ऑफ द गेम। सो अगर कोई कहे भी कि मैं लुंगी पा के मैच खेडना तो वो कहेंगे मैच ही नहीं खेड सकते, तुसी उत्ते नहीं हो, उस लायक नहीं हो। इज़ इट कन्वीनियंट टू डू हार्ड स्टडीज़, कि पढ़ना कोई आसान काम है, बट देर इज़ नो गेन विदाउट पेन। ये तो सी कि इनकन्वीनियंस है जो भी है, उदा एक बहुत अलग जिहा एक होर फर्दर असी अगर ध्यान नाल देखिए कि होंदा की है। इम्पैक्ट इज़ ह्यूज व्हेन वन मूव्स अवे फ्रॉम ब्रांड आइडेंटिटी। जदों असीं ब्रांड आइडेंटिटी तो दूर जाते हैं तो उसका इम्पैक्ट बहुत वड्डा इम्पैक्ट है। वो इम्पैक्ट सानू सब नू समझना जरूरी है। एक जो इंसान स्वरूप दे विच है, वो अपने स्वरूप तो अगर दूर जा रहा है तो जो सब नाल वड्डी प्रॉब्लम शुरू होंदी है कि वो एक तरह नाल आने वालियां सारिया जनरेशन का हाथ गुरु नानक साहब के हाथ तो छुड़ाने की कोशिश कर रहा। जदों इंसान स्वरूप च नहीं रहेगा, उन्होंने अपने धर्म का इंटरस्ट नहीं, फिर वो नैक्सट जनरेशन उसदियां नैक्सट आहिस्ता आहिस्ता दूर जाएंगे। दैट मीनस जो इंसान दूर जा रहा है वो जिम्मेवारी ले रहा है कि मैं आने वाली सारिया जनरेशन का नुकसान कर सकदा, और सिर्फ पर्सनल मामला नहीं रह जाता। दैन इट इज़ नॉट ए पर्सनल डिसीजन, इट्स ए डिसीजन ऑन बिहाफ ऑफ all the generations who have yet to come. So ultimate sufferer ते आने वाली जनरेशन ने। इत्थे एक मैं छोटी जी एक टाइम अगर परमिट करे, हाँ जी, छोटी जी एक इंसीडेंस भी सुनावांगा। मेरे नाल एक कुलीग होंदे सी और शाम नूं साडी ऑफिस दी पार्टी सी, असीं होटल च गए। तो बड़े सोहणे सिख कुलीग सन मेरे, तो असी गल्लां कर रहे सी। उन्होंने हाथ में एक पैग भी चुक्या होया सी। कई लोग एक दो ड्रिंक्स लेंदे हैं जिस तरह कि असी जानते हैं। उन्होंने पैग पकड़िया होया सी ते गल्लां चल रही सी। कहंदे मैनूं स्वरनजीत ते नहीं छतवाल कहंदे सी, छतवाल मैं
ਤੁਹਾਨੂੰ ਕੀ ਦੱਸਾਂ ਕਿ ਅੱਜ ਕੱਲ੍ਹ ਕੀ ਹੋ ਰਿਹਾ। ਮੈਂ ਕਿਹਾ ਦੱਸੋ, ਕੋਈ ਐਸੀ ਗੱਲ ਨਹੀਂ। ਕਹਿੰਦੇ ਮੇਰੇ 2 ਬੇਟੇ US ਵਿੱਚ ਸੈਟਲ ਨੇ ਔਰ ਉਹ ਸਿੱਖੀ 'ਚ ਇੰਨੀ ਅੱਗੇ ਚਲੇ ਗਏ ਨੇ ਕਿ ਪ੍ਰਚਾਰ ਕਰਦੇ ਨੇ ਉੱਥੇ, ਤੇ ਜਗ੍ਹਾ ਜਗ੍ਹਾ ਜਾਂਦੇ ਨੇ, ਕੈਂਪਸ ਲਗਾਉਂਦੇ ਨੇ ਔਰ ਇਤਨੀ ਗੁਰਬਾਣੀ ਉਹਨਾਂ ਨੂੰ ਯਾਦ ਹੈ ਔਰ ਉਹ ਮੈਨੂੰ ਵੀ ਭੇਜਦੇ ਰਹਿੰਦੇ ਨੇ। ਕਹਿੰਦੇ ਮੈਂ ਉਹਨਾਂ ਨੂੰ ਜ਼ਿੰਦਗੀ 'ਚ ਕਦੀ ਨਹੀਂ ਸਿਖਾਇਆ, ਪਰ ਕੁਝ ਜਿੱਥੇ ਗਏ ਉੱਥੇ ਦੇ ਮਾਹੌਲ ਦਾ ਇੰਪੈਕਟ ਸੀ, ਬਹੁਤ ਬਹੁਤ ਅੱਗੇ ਜਾ ਰਹੇ ਨੇ। ਕਹਿੰਦੇ ਮੈਂ ਇੰਨਾ ਹੁਣ ਗਿਲਟੀ ਫੀਲ ਕਰਦਾ ਕਿ ਜੋ ਮੇਰੀ ਜ਼ਿੰਮੇਵਾਰੀ ਸੀ ਮੈਂ ਪੂਰੀ ਨਹੀਂ ਕੀਤੀ, ਪਰ ਉਹ ਦੇਖੋ ਤੁਸੀਂ ਆਪਣੇ ਆਪ ਅੱਗੇ ਜਾ ਰਹੇ ਨੇ ਔਰ ਮੈਂ ਉਹਨਾਂ ਕੋਲੋਂ ਹੁਣ ਸਿੱਖ ਰਿਹਾ ਹਾਂ। ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਇਸ ਤਰ੍ਹਾਂ ਕਿਉਂ ਸੋਚਦੇ ਹੋ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਨਹੀਂ ਪੂਰੀ ਕੀਤੀ ਹੈ, ਜ਼ਿੰਮੇਵਾਰੀ ਤੋਂ ਹਟੇ। ਤੁਸੀਂ ਆਪਣੇ ਸਰੂਪ ਦੇ ਵਿੱਚ ਰਹੇ ਔਰ ਉਹਨਾਂ ਨੂੰ ਸਰੂਪ ਦੇ ਵਿੱਚ ਰੱਖਿਆ। ਇਹੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸੀ। ਜੇ ਤੁਸੀਂ ਉੱਥੋਂ ਟੁੱਟ ਗਏ ਹੁੰਦੇ ਤੇ ਤੁਹਾਨੂੰ ਲੱਗਦਾ ਕਿ ਅੱਜ ਬੱਚਿਆਂ ਨੇ ਕਰਨਾ ਸੀ। ਕੁਝ ਦੇਰ ਸੋਚਦੇ ਰਹੇ, ਕਹਿੰਦੇ ਮੈਂ ਇਸ ਐਂਗਲ ਨਾਲ ਕਦੀ ਸੋਚਿਆ ਹੀ ਨਹੀਂ ਸੀ ਕਿ ਮੈਂ ਉਹ ਜ਼ਿੰਮੇਵਾਰੀ ਪੂਰੀ ਕਰਕੇ ਕਾਫੀ ਵੱਡੀ ਇੱਕ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾਈ ਹੈ। ਸੋ ਪਤਾ ਨਹੀਂ ਉਹਨਾਂ ਨੂੰ ਕੀ ਖਿਆਲ ਆਇਆ ਤੇ ਉਹਨਾਂ ਨੇ ਉਹ ਪੈਗ ਵੀ ਉੱਥੇ ਹੀ ਛੋੜ ਦਿੱਤਾ। ਕਹਿੰਦੇ ਅੱਜ ਲਾਸਟ ਹੈ, ਇਸ ਤੋਂ ਬਾਅਦ ਮੈਂ ਹੁਣ ਇਹ ਵੀ ਨਹੀਂ ਲੈਣੀ। ਸੋ ਖਤਮ, ਮਤਲਬ ਲਾਸਟ ਕੀ ਮਤਲਬ ਇਸ ਤੋਂ ਬਾਅਦ ਲੈਣੀ ਹੀ ਨਹੀਂ, ਉਹਦੇ 'ਚ ਹੀ ਛੋੜ ਦਿੱਤੀ। ਕਹਿੰਦੇ ਬਹੁਤ ਮੈਨੂੰ ਅੱਜ ਇੱਕ ਸੈਟਿਸਫੈਕਸ਼ਨ ਥੋੜ੍ਹੀ ਹੋਈ ਹੈ ਕਿ ਮੈਂ ਕਿੱਥੇ ਤੇ ਆਪਣੀ ਜ਼ਿੰਮੇਵਾਰੀ ਨਿਭਾਈ। ਸੋ ਅਸੀਂ ਇਸ ਤਰ੍ਹਾਂ ਸੋਚਦੇ ਹਾਂ, ਪਰ ਇੱਕ ਸਰੂਪ ਦੇ ਵਿੱਚ ਰਹਿਣਾ, ਸਰੂਪ ਨੂੰ ਅੱਗੇ ਲੈ ਜਾਣਾ, ਇਹ ਹੁੰਦਾ ਕਿ ਆਉਣ ਵਾਲੀਆਂ ਜਨਰੇਸ਼ਨ ਗੁਰੂ ਨਾਨਕ ਸਾਹਿਬ ਨਾਲ ਐਟਲੀਸਟ ਜੁੜੇ ਰਹਿਣ ਦੀ ਪ੍ਰੋਬੇਬਿਲਿਟੀ ਬਹੁਤ ਹਾਈ ਹੋ ਜਾਂਦੀ ਹੈ। ਉੱਥੋਂ ਟੁੱਟਣ ਨਾਲ ਫਿਰ ਉਹ ਪ੍ਰੋਬੇਬਿਲਿਟੀ ਵੀ ਖਤਮ ਹੋ ਜਾਂਦੀ ਹੈ। ਔਰ ਅਸੀਂ ਫਰਦਰ ਦੇਖੀਏ ਕਿ ਇੱਕ ਹਾਊ ਡਸ ਟ੍ਰਿਮਡ ਬੀਅਰਡ ਮੇਕਸ ਅ ਡਿਫਰੈਂਸ, ਕਿ ਕਹਿੰਦੇ ਬਾਕੀ ਤਾਂ ਠੀਕ ਹੈ, ਸਾਡਾ ਸਰੂਪ ਤੇ ਅਜੇ ਵੀ ਹੋਈ ਹੈ ਤੇ ਸਿਰਫ ਦਾੜੀ ਟ੍ਰਿਮ ਕਰਨ ਨਾਲ ਸਾਡਾ ਪਛਾਣ ਤੇ ਅਜੇ ਵੀ ਹੈ। ਕਈ ਲੋਕ ਇਹ ਵੀ ਗੱਲ ਕਰਦੇ। ਸੋ ਲੈਟ ਅਸ ਸੀ ਕਿ ਫਰਕ ਕਿੱਥੇ ਪੈਂਦਾ। ਫਰਕ ਪੈਂਦਾ ਕਿ ਬ੍ਰਾਂਡ ਇਮੇਜ ਐਂਡ ਟਰਸਟ ਵਾਲੀ ਗੱਲ ਹੈ। ਅਗਰ ਗੂਗਲ ਇਸ ਤਰ੍ਹਾਂ ਲਿਖਿਆ ਹੋਏ ਤੇ ਸਾਨੂੰ ਗੂਗਲ ਤੇ ਟਰਸਟ ਹੋਏਗਾ, ਪਰ ਅਗਰ ਗੂਗਲ ਇਸ ਤਰ੍ਹਾਂ ਲਿਖਿਆ ਹੋਏਗਾ ਤੇ ਸਾਨੂੰ ਸ਼ਾਇਦ ਟਰਸਟ ਨਹੀਂ ਹੋਏਗਾ। ਅਗਰ ਸਾਨੂੰ ਐਮਾਜ਼ੋਨ ਕਿੱਥੇ ਪੜਾਂਗੇ ਇਸ ਤਰ੍ਹਾਂ ਲਿਖਿਆ ਹੋਏਗਾ, ਤੇ ਅਗਰ ਐਮਾਜ਼ੋਨ ਇਸ ਤਰ੍ਹਾਂ ਲਿਖਿਆ ਹੋਏਗਾ ਤਾਂ ਸਾਨੂੰ ਲੱਗੇਗਾ ਇਹ ਐਮਾਜ਼ੋਨ ਨਹੀਂ, ਕੁਝ ਮੈਂ ਗਲਤ ਜਗ੍ਹਾ ਤੇ ਆ ਗਿਆ। ਸੋ ਹੈ ਦੋਨੋਂ ਹੀ ਐਮਾਜ਼ੋਨ ਲਿਖੇ ਹੈ, ਬਟ ਕਿਤੇ ਸ਼ੁਰੂਆਤ ਹੋ ਗਈ ਹੈ, ਕਿਤੇ ਉਹਦੇ ਨਾਲ ਉਹਦੇ ਬ੍ਰਾਂਡ ਨਾਲ ਛੇੜਖਾਨੀ ਹੋਈ ਹੈ, ਕਿਤੇ ਸ਼ੁਰੂਆਤ ਹੋਈ ਹੈ ਔਰ ਉਹਦੀ ਜੋ ਟਰਸਟ ਲੈਵਲ ਹੈ ਉਹ ਡਾਊਨ ਜਾ ਰਿਹਾ। ਸੋ ਅਗੇਨ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਇਨਡਿਸਿਪਲਿਨ ਜਿਹੜਾ ਨਾ ਉਹ ਡਿਸਕਨੈਕਟ ਦੀ ਸ਼ੁਰੂਆਤ ਹੈ, disconnect with Guru Nanak. So partial loss of identity is the first step towards losing full identity. So ਆਹਿਸਤਾ full identity ਤੋਂ ਬਾਅਦ ਫਿਰ ਦੁਨੀਆ ਦੇ ਜੋ ਭਟਕਣਾ ਹੈ, ਜੋ ਵੀ ਸਾਨੂੰ ਮਾਰਗ ਮਿਲਿਆ, ਜੋ ਅਸੀਂ ਕਹਿੰਦੇ ਅਸੀਂ ਬੜੇ ਭਾਗਾਂ ਵਾਲੇ ਹਾਂ, ਬੜੇ ਕਿਸਮਤ ਵਾਲੇ ਹਾਂ, ਅਸੀਂ ਸ਼ੁਕਰਾਨਾ ਕਰਦੇ ਨਹੀਂ ਥੱਕਦੇ ਕਿ ਸਾਨੂੰ ਇਤਨੀ ਸੋਹਣੀ ਜੀਵਨ ਦੀ ਸੇਧ ਮਿਲ ਰਹੀ ਹੈ। ਕਿਸੇ ਤੱਕ ਅਪਣਾ ਰਹੇ ਹਾਂ, ਨਹੀਂ ਅਪਣਾ ਰਹੇ ਸੈਕੰਡ ਕੁਐਸਚਨ ਹੈ, ਬਟ ਐਟਲੀਸਟ ਸਾਨੂੰ ਸੇਧ ਦੇ ਬਾਰੇ ਤੇ ਇੰਨੀ ਖੁਸ਼ੀ ਹੁੰਦੀ ਹੈ ਕਿ ਅਸੀਂ ਉਸ ਮਾਰਗ ਤੇ ਹਾਂ, ਅਸੀਂ ਆਉਣ ਵਾਲੀਆਂ ਜਨਰੇਸ਼ਨ ਲਈ ਉਹ ਮਾਰਗ ਨਾ ਤੋੜ ਦਈਏ। ਫਿਰ ਇੱਕ ਕੁਐਸਚਨ ਆਇਆ ਕਿ ਕੁਝ ਸਿੱਖ ਬ੍ਰਾਂਡ ਦੇ ਪ੍ਰਤੀ ਲਾਪਰਵਾਹ ਨੇ, ਕਿ ਆਰ ਸਮ ਸਿੱਖਸ ਕੇਅਰਲੈਸ ਅਬਾਊਟ ਬ੍ਰਾਂਡ ਇਮੇਜ। ਔਰ ਉਹ ਹੈ ਵੀ ਹੈ, ਉਹਦੇ 'ਚ ਸਾਨੂੰ ਕੋਈ ਡਾਊਟ ਨਹੀਂ ਹੈ। ਜਿਸ ਤਰ੍ਹਾਂ ਹੁਣੇ ਅਸੀਂ ਬ੍ਰਾਂਡ ਇਮੇਜ ਦੀ ਗੱਲ ਕੀਤੀ ਸੀ, ਜੇ ਕੋਕਾ ਕੋਲਾ ਇਸ ਤਰ੍ਹਾਂ ਹੋਏਗਾ ਤੇ ਸਾਨੂੰ ਪਤਾ ਹੈ ਕਿ ਸਾਨੂੰ ਉਹ ਬ੍ਰਾਂਡ ਤੇ ਇੱਕ ਟਰਸਟ ਹੋਏਗਾ। ਅਗਰ ਕੋਕ ਵੀ ਲਿਖਿਆ ਤੇ ਕੁਝ ਲੋਕ ਜਿਹੜੇ ਨਹੀਂ ਜਾਣਦੇ ਕਿ ਕੋਕ ਵੀ ਕੋਕਾ ਕੋਲਾ ਦਾ ਬ੍ਰਾਂਡ ਹੈ, ਇੱਕ ਵਾਰ ਸੋਚਣਗੇ ਵੀ ਇਹ ਉਹੀ ਹੈ ਜਿਹਨੂੰ ਅਸੀਂ ਕੋਕਾ ਕੋਲਾ ਕਹਿੰਦੇ ਸੀ। ਸੋ ਸ਼ਾਇਦ ਥੋੜਾ ਸੋਚਣ, ਇੱਕ ਹਲਕਾ ਜਿਹਾ ਉਹਨਾਂ ਨੇ ਆਪ ਹੀ ਉਹਨੂੰ ਚੇਂਜ ਕੀਤਾ ਔਰ ਉਹਦੇ ਚੇਂਜ ਨਾਲ ਵੀ ਫਰਕ ਪੈ ਗਿਆ। ਔਰ ਫਿਰ ਜੇ ਇਸ ਤਰ੍ਹਾਂ ਦਾ ਕੋਕਾ ਕੋਲਾ ਲਿਖਿਆ ਹੋਏਗਾ ਤੇ ਫਿਰ ਤੇ ਕੋਈ ਇਸ ਨੂੰ ਲੈ ਕੇ ਰਾਜੀ ਨਹੀਂ ਹੋਏਗਾ। ਸੋ ਬ੍ਰਾਂਡ ਦੀ ਇਮੇਜ ਦਾ ਇੰਪੈਕਟ ਹੈ। ਇਸੇ ਤਰ੍ਹਾਂ ਅਗਰ ਇੱਕ ਬੀਬੀ ਦਾ ਇਹ ਸਰੂਪ ਹੈ, ਇੱਕ ਭੈਣ ਦਾ ਇਹ ਸਰੂਪ ਹੈ, ਤੇ ਦੇਖ ਕੇ ਹੀ ਸਾਨੂੰ ਇੱਕ ਪਹਿਲਾਂ ਜੋ ਦੇਖਣ ਤੇ ਹੀ ਟਰਸਟ ਬਣ ਜਾਂਦਾ। ਫਿਰ ਅਗਰ ਇਸ ਤਰ੍ਹਾਂ ਦਾ ਸਰੂਪ ਹੈ ਤੇ ਇਹਦੇ ਵਿੱਚ ਵੀ ਸਾਨੂੰ ਟਰਸਟ ਹੈ ਔਰ ਉਹ ਵੀ ਇੱਕ ਪੂਰੀ ਇੱਕ ਤਰ੍ਹਾਂ ਦੀ ਇਮੇਜ ਹੈ। ਪਰ ਜੇ ਅਗਰ ਇਸ ਤਰ੍ਹਾਂ ਦਾ ਸਰੂਪ ਹੋਏਗਾ ਤੇ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਬ੍ਰਾਂਡ ਇਮੇਜ ਡਿਸਟੋਰਟ ਕਰਕੇ ਕੋਈ ਕਹੇਗਾ ਹਾਂ ਮੈਨੂੰ ਇਹਦੇ ਤੇ ਵਿਸ਼ਵਾਸ ਹੈ ਕਿ। ਔਰ ਇਸੇ ਤਰ੍ਹਾਂ ਅਗਰ ਅਸੀਂ ਇੱਕ ਖਾਲਸੇ ਦਾ ਸਰੂਪ ਦੇਖੀਏ ਤੇ ਦੇਖਦੇ ਹੀ ਸਾਨੂੰ ਇੱਕ ਟਰਸਟ ਜਿਹਾ ਬਿਲਡ ਹੁੰਦਾ ਔਰ ਇਹਦੇ ਵਿੱਚ ਵੀ ਸਾਨੂੰ ਟਰਸਟ ਬਿਲਡਅਪ ਹੁੰਦਾ। ਪਰ ਅਗਰ ਇਸ ਤਰ੍ਹਾਂ ਦੇ ਸਰੂਪ ਸਾਡੇ ਕੋਲ ਆਉਣਗੇ ਸਿੱਖਾਂ ਦੇ ਤੇ
ਫਿਰ ਸਾਡੇ ਲਈ ਥੋੜਾ ਮੁਸ਼ਕਿਲ ਹੈ ਕਿ ਅਸੀਂ ਟਰਸਟ ਕਰ ਸਕਦੇ ਹਾਂ, ਜਾਂ ਕੋਈ ਵੀ ਇਹਨਾਂ ਨੂੰ ਕਹੇਗਾ ਕਿ ਚਲੋ ਇਹਨਾਂ ਤੇ ਅਸੀਂ ਟਰਸਟ ਕਰ ਸਕਦੇ ਹਾਂ, ਇੱਕ ਸਿੱਖ ਨੇ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਗੇ। ਇਹਨਾਂ ਨੂੰ ਦੇਖ ਕੇ ਕੋਈ ਇਸ ਤਰ੍ਹਾਂ ਦੀ ਗਾਰੰਟੀ ਨਹੀਂ ਲਏਗਾ। ਬਾਕੀ ਇਹ ਬਹੁਤ ਕੁਛ ਹੈ ਕਿ ਅਸੀਂ ਆਪ ਹੀ ਕਾਫੀ ਕੁਛ ਆਪਣੀ ਇਮੇਜ ਖਰਾਬ ਕੀਤੀ। ਅਸੀਂ ਅੱਧ ਪਚੱਦੇ ਜਿਹੇ ਦਿਖਾਈ ਦਿੰਦੇ ਹਾਂ, ਫਿਰ ਕੰਮ ਹੀ ਉਹ ਜਿਹੇ ਕਰਦੇ ਹਾਂ ਜਿਹਦੇ ਨਾਲ ਬਦਨਾਮੀ ਹੋਏ। ਸੋ ਇਹ ਇੱਕ ਬੜਾ ਵੱਡਾ ਕੁਐਸਚਨ ਹੈ ਸਾਰਿਆਂ ਦੇ ਸਾਹਮਣੇ। ਇੱਕ ਕੁਐਸਚਨ ਸੀ ਕਿ ਸਰਜਰੀ ਦੇ ਦੌਰਾਨ ਵਾਲ ਹਟਾਏ ਜਾ ਸਕਦੇ ਹਨ, ਸੋ ਕੈਨ ਹੇਅਰ ਬੀ ਰਿਮੂਵ ਡਿਊਰਿੰਗ ਸਰਜਰੀ। ਤੋ ਸਰਜਰੀ ਦੇ ਦੌਰਾਨ ਤੇ ਦੇਖੋ ਕੋਈ ਵੀ ਅੰਗ ਕੱਟ ਦਿੱਤਾ ਜਾਂਦਾ ਤੇ ਵਾਲ ਵੀ ਸਾਡੇ ਇੱਕ ਅੰਗ ਨੇ। ਸੋ ਰਿਮੂਵਿੰਗ ਹੇਅਰ ਫॉर ਮੈਡੀਕਲ ਪ੍ਰੋਸੀਜਰ ਕੋਈ ਹੈਜ਼ਿਟੇਸ਼ਨ ਨਹੀਂ ਹੋਣੀ ਚਾਹੀਦੀ। ਅਗਰ ਕੁਝ ਹੋਇਆ ਤੇ ਉਹਨੂੰ ਹਟਾਉਣਾ ਪੈ ਰਿਹਾ। बट जो ज़्यादा इम्पॉर्टेंट चीज़ है कि रिस्टोर इमीजिएटली वंस द ट्रीटमेंट इज़ ओवर, कि उतने टाइम ले ही जब तक वो ट्रीटमेंट चल रहा, ट्रीटमेंट खत्म हुए तो उन्होंने रिस्टोर किया जाए। दिल विच कोई वहम भी नहीं आना चाहिए, बट फिर भी परमात्मा अगे अरदास करके भुल बख्शवानी चाहिए कि असीं तुहाडे दिते हुए अंगां नाल छेड़खानी की, गुरु साहबान दे मार्ग तो कुछ समय लिए असीं हटना पिया, असीं वापस आंदे हां। सो इट्स वेरी सिंपल। आई डोंट थिंक कि इहदे ते ये कहना कि कुछ लोग बड़े अड़ जाते हैं, कुछ कहते कुछ भी हो जाए असी नहीं करना, ये करना, वो ठीक नहीं है, क्योंकि मैडिकल लाइन दी अपनी प्रोटोकॉल्स हैं, वो कर ही नहीं पाएंगे अपना काम ठीक तरह अगर असी उन्होंने अलाउ नहीं करेंगे। सो दे ऑल्सो आर डूइंग देयर ड्यूटी, वो अपनी ड्यूटी ठीक तरह निभा पान, उहदे लई भी सानूं कई बार उन्होंने परमिशन देनी पैंदी है। फिर एक सी कि एनी रिस्ट्रिक्शन, जिवें असीं जाणदे हां लेडीज़ नूं हर महीने एक टाइम हुंदा जदों मैंस्ट्रुएशन पीरियड है, उहदे विचकार की कोई पाबंदियां नहीं। नैचुरल इवेंट्स हैव नो बेयरिंग ऑन एनी रिलीजियस एक्टिविटी। कोई भी जो नैचुरल इवेंट है उन्होंने कोई भी किसी किस्म की पाबंदी नहीं है। पाठ करन, कीर्तन करन, गुरुद्वारे विजिट करन, सिर्फ मेनटेन क्लीनलीनेस, उस तो इलावा किसी भी किस्म की कोई भी पाबंदी नहीं है। कि सिख धर्म विच अबॉर्शन परमिटेड है, इस अबॉर्शन परमिटेड नहीं, सिख धर्म दे विच अबॉर्शन परमिटेड नहीं है, ओनली फॉर मेडिकल एक्सीजेंसी। अगर मदर की जान नूं खतरा है या ऐसी चीज़ हो रही है कि जिहदे नाल मैडिकली एडवाइज है, अगे जाएंगे तो परेशानी जो भी होने वाली है, अगर वो मेडिकली एडवाइज्ड है ओनली देन, नॉट बाय चॉइस। सो एवरी लाइफ इज टू बी प्रोटेक्टेड, therefore sex determination test is also meaningless। वो पता लगाना कि बेबी गर्ल है या बॉय है वो भी गलत है, उन्होंने नहीं करना चाहिए। LGBT कम्युनिटी ते की विचार हैं, एक्चुअली इहदे विचकार एक कुछ नवी जी टर्मिनोलॉजी है, इस तरह की टर्मिनोलॉजी नहीं सी, बट यस कुछ कम्युनिटीज़ थोड़ियां सैपरेटली आइडेंटिफाइड होंदियां सी। और LGBT कम्युनिटी के बारे जो हुण बहुत चर्चा हो रही है। सो देयर शुड नॉट बी एनी काइंड ऑफ डिस्क्रिमिनेशन वाइल डीलिंग विद देम। सो सोसाइटी नीड्स टू फाइंड आउट सॉल्यूशन फॉर देयर मेडिकल इशूज़। उन्होंने मेडिकल इशूज़ लिए सोसाइटी ही कोई सॉल्यूशन कढे, पर जिसे तक परमात्मा का मार्ग है वो पूरा उतना ही उन्होंने खुलिया जितना किसी होर लिए। इसते बाकी कुछ धर्मां दे विचार अलग भी हैं, उन्होंने धार्मिक रीतियां दे विचकार मनाई है, बट सिख धर्म दे विच कोई मनाई नहीं है। उन्होंने लिए मार्ग परमात्मा का उतना ही खुलिया होया जितना किसी होर लिए। मानस की जात सब है एक है, पहचान वो। दूसरा सानू उन्होंने अलग तरह नाल ट्रीट भी नहीं करना, ये नहीं फील होने देना कि उन्होंने कोई किसी किस्म की कमी है या प्रॉब्लम है। तो जो बाकी मेडिकल इशू है उन्होंने मेडिकली ही सॉल्व करने की कोशिश की जानी चाहिए है। और जो एक चीज़ होर नाल जिहड़ी सामने आती है कि मेल मेल और फीमेल फीमेल मैरिज नहीं हो सकती, वो अपना उन्होंने कोई जो भी एडजस्टमेंट है करना करेंगे, बट मैरिजेज आर ओनली बिटवीन मेल एंड फीमेल। इस तरह का कोई भी कितने पूरे गुरु ग्रंथ साहब के विचकार भी जदों आंदा है तो जिक्र जिथे भी आंदा है वो मेल फीमेल का आंदा है। सो जिस तरह अजकल कई कंट्रीज़ ने अलाउ किया सेम सैक्स के विच मैरिजेज का, वो परमिटेड नहीं है एज पर आवर टीचिंग्स। कि सिख धर्म दे विच तलाक की इजाजत है? नहीं, सिख धर्म दे विच तलाक की इजाजत नहीं है। सो वट वन हैज़ टू डू, टेक ऑल प्रिकॉशंस बिफोर मैरिज टू एंश्योर दैट रिलेशन विल सस्टेन अंडर ऑल सर्कमस्टांसिस।
ਤੇ ਕੋਸ਼ਿਸ਼ ਹੋਣੀ ਚਾਹੀਦੀ ਉਹ ਸਾਰੇ ਜੋ ਕੁਐਸਚਨਸ ਮਾਈਂਡ ਵਿੱਚ ਨੇ ਤੇ ਉਹਨਾਂ ਨੂੰ ਪਹਿਲਾਂ ਹੀ ਉਹਨਾਂ ਨੂੰ ਸਾਰਾ ਕੁਝ ਕਵਰ ਕਰਨ ਤੋਂ ਬਾਅਦ ਕਿ ਹਾਂ ਇਹ ਦੋਨੋਂ ਇੱਕ ਮਾਰਗ ਤੇ ਚੱਲਣ ਵਾਲੇ, ਗੁਰੂ ਦੇ ਮਾਰਗ ਤੇ ਚੱਲਣ ਵਾਲੇ, ਇਸ ਕਰਕੇ ਕੋਈ ਸਿਚੁਏਸ਼ਨ ਐਸੀ ਆਏਗੀ ਨਹੀਂ ਜਿਹਦੇ ਕਰਕੇ ਗੁਰੂ ਸਾਹਿਬ ਨੇ ਵੀ ਲਿਖਿਆ ਹੈ, ਧਨ ਫਿਰ ਇਹ ਨਾ ਆਖੀਨ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਫਿਰ ਕਈਏ ਸੋਏ। ਸੋ ਉਹ ਸਿਰਫ ਹਸਬੈਂਡ ਵਾਈਫ ਨਹੀਂ ਜੋ ਸਿਰਫ ਇਕੱਠੇ ਬੈਠਦੇ ਨੇ, ਜੋ ਲਾਈਫ ਦਾ ਅਲਟੀਮੇਟ ਏਮ ਹੈ ਉਸ ਲਾਈਟ ਵੱਲ ਵੀ ਉਹ ਦੋਨੋਂ ਬੋਡੀਜ਼ ਦੇ ਵਿੱਚ ਇੱਕ ਲਾਈਟ ਮੰਨ ਕੇ ਉਸ ਰੋਸ਼ਨੀ ਦੇ ਵੱਲ ਚੱਲ ਰਹੇ ਨੇ। ਇਹਦੇ ਵਿੱਚ ਕੋਈ ਸਕੋਪ ਹੀ ਨਹੀਂ ਰਹਿ ਜਾਂਦਾ। ਅਗਰ ਉਹ ਜੀਵਨ ਦਾ ਮਕਸਦ ਹੀ ਉਹ ਹੈ ਤੇ ਫਿਰ ਕਿੱਥੇ ਵੀ ਸਕੋਪ ਨਹੀਂ ਰਹਿ ਜਾਂਦਾ। ਫਿਰ ਇੱਕ ਕੁਐਸਚਨ ਆਇਆ ਸੀ ਡੇਟਿੰਗ ਦੇ ਉੱਤੇ ਕਿ ਲੜਕੇ ਲੜਕੀ ਦਾ ਮਿਲਣਾ ਅਲਾਉਡ ਹੈ। ਦੇਖੋ ਕੋਈ ਵੀ ਦੋ ਜਣਿਆਂ ਦਾ, ਇੱਥੇ ਵੈਸੇ ਗੁਰੂ ਗ੍ਰੰਥ ਸਾਹਿਬ ਦੇ ਵਿਚਕਾਰ ਭੰਡੋ ਹੋਵੇ ਦੋਸਤੀ ਟਾਈਪ ਪੰਕਤੀਆਂ ਵੀ ਆਈਆਂ ਕਿ ਆਪਸ ਦੇ ਵਿਚਕਾਰ ਫਰੈਂਡਸ਼ਿਪ ਵੀ ਹੁੰਦੀ ਹੈ। ਸੋ ਮੀਟਿੰਗ ਟੂ ਸਿਲੈਕਟ ਔਰ ਨੋ ਏ ਪਰਸਨ ਇਜ਼ ਐਕਸੈਪਟੇਬਲ। ਕਿਸੇ ਨਾਲ ਮਿਲਣਾ ਇਸ ਕਰਕੇ ਕਿ ਤੁਸੀਂ ਉਹਨੂੰ ਜ਼ਿਆਦਾ ਅੱਛੀ ਤਰ੍ਹਾਂ ਜਾਣ ਸਕੋ ਜਾਂ ਫਿਰ ਉਹਨੂੰ ਸਿਲੈਕਟ ਕਰ ਸਕੋ, ਉਹ ਸਭ ਤਰ੍ਹਾਂ ਦੀਆਂ ਡੇਟਿੰਗਸ, ਜਿਹਨੂੰ ਵੀ ਡੇਟਿੰਗ ਕਹੋ ਜਾਂ ਮਿਲਣਾ ਜੁਲਣਾ ਕਹੋ, ਅਲਾਉਡ ਹੈ। ਪਾਰਟਨਰਸ ਹੂ ਆਰ ਮੀਟਿੰਗ ਦੇ ਹੈਵ ਟੂ ਰਿਮੈਂਬਰ ਵਨ ਥਿੰਗ, ਉਹ ਗੁਰਬਾਣੀ ਦੇ ਵਿੱਚ ਬਿਲਕੁਲ ਸਪਸ਼ਟ ਆਇਆ ਕਿ ਦੇ ਆਰ ਨਾਟ ਵਾਈਫ ਔਰ ਹਸਬੈਂਡ, ਸੋ ਦੇ ਸ਼ੁੱਡ ਟਰੀਟ ਈਚ ਅਦਰ ਐਜ਼ ਫਰੈਂਡਸ ਐਂਡ ਐਜ਼ ਇਫ ਦੇ ਆਰ ਟਰਾਈਂਗ ਟੂ ਨੋ ਈਚ ਅਦਰ। ਇੱਕ ਦੂਸਰੇ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ हैं ਔਰ ਆਪਣੀ ਮਰਿਆਦਾ ਨੂੰ ਸਮਝਦੇ हैं ਤੇ ਡੇਟਿੰਗ ਦੇ ਵਿਚਕਾਰ ਕੋਈ ਵੀ ਪ੍ਰੋਬਲਮ ਨਹੀਂ ਹੈ, ਪਰ ਉਹ ਦੇ ਆਰ ਨਾਟ ਲਾਈਕ ਵਾਈਫ ਹਸਬੈਂਡ, ਸੋ ਦੇ ਸ਼ੁੱਡ ਬੀ ਵੈਰੀ ਕੇਅਰਫੁਲ। ਇੱਕ ਹੋਰ ਕੁਐਸਚਨ ਸੀ ਕਿ ਧਰਮ ਦੇ ਅੰਗਦਾਨ ਬਾਰੇ ਕੀ ਵਿਚਾਰ ਹਨ, ਵਟ ਆਰ ਦਾ ਵਿਊਜ਼ ਔਨ ਆਰਗਨ ਡੋਨੇਸ਼ਨ। ਕਿਸੇ ਵੀ ਤਰ੍ਹਾਂ ਦੀ ਸੇਵਾ ਪ੍ਰਵਾਨ ਹੈ, ਨੋਬਲ ਸੇਵਾ ਪ੍ਰਵਾਨ ਹੈ, ਇਸ ਕਰਕੇ ਕੋਈ ਰੀਜ਼ਨ ਨਹੀਂ ਹੈ। ਡੋਨੇਸ਼ਨ ਆਫ ਆਰਗਨਸ ਐਂਡ ਬਲੱਡ ਸ਼ੁੱਡ ਬੀ ਦ ਡਿਜ਼ਾਇਰ ਆਫ ਐਵਰੀ ਸਿੱਖ, ਕਿ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਅਸੀਂ ਆਪਣੇ ਅੰਗ ਦਾਨ ਕਰੀਏ, ਜਿੱਥੇ ਤੱਕ ਹੋ ਸਕੇ, ਜਦ ਤੱਕ ਦੇ ਸਕਦੇ ਹਾਂ ਖੂਨ ਵੀ ਦਾਨ ਦੇਈਏ। ਔਰ ਇੱਕ ਨੋਬਲ ਸਰਵਿਸ ਹੈ, ਸਰਵਿਸ ਤੇ ਗੁਰੂ ਸਾਹਿਬ ਨੇ ਹਰ ਤਰ੍ਹਾਂ ਦੀ ਬਾਣੀ 'ਚ ਲਿਖਿਆ ਸਾਨੂੰ ਕਰਨੀ ਹੀ ਹੈ। ਇੱਕ ਕੁਐਸਚਨ ਸੀ ਕਿ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਿੱਛੇ ਹਟ ਰਹੇ ਹਾਂ, ਆਰ ਵੀ ਮੂਵਿੰਗ ਅਵੇ ਫਰਮ ਆਵਰ ਰਿਸਪੌਂਸਿਬਿਲਿਟੀਜ਼। ਜਦੋਂ ਅਸੀਂ ਆਪਣਾ ਇਤਿਹਾਸ ਪੜ੍ਹਦੇ ਹਾਂ ਔਰ ਜੋ ਅਚੀਵਮੈਂਟਸ ਪੜ੍ਹਦੇ ਹਾਂ ਜਾਂ ਜੋ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਉਹ ਅਸੀਂ ਸਮਝਦੇ ਹਾਂ ਔਰ ਜੋ ਸਾਡੀ ਦਿਨਚਰਿਆ ਹੋਣੀ ਚਾਹੀਦੀ ਹੈ, ਕਿਤੇ ਨਾ ਕਿਤੇ ਤੇ ਅਸੀਂ ਹਟ ਰਹੇ ਹਾਂ। ਅਸੀਂ ਟਾਈਮ ਸਾਡੇ ਕੋਲ ਹਰ ਚੀਜ਼ ਲਈ ਹੈ, ਪਰ ਗੁਰੂ ਦੀਆਂ ਟੀਚਿੰਗਸ ਲਈ, ਸਿਮਰਨ ਔਰ ਸੇਵਾ ਲਈ ਘੱਟ ਹੀ ਟਾਈਮ ਨਿਕਲਦਾ। ਅਸੀਂ ਸਟੈਪ ਬਾਈ ਸਟੈਪ ਕਿਤੇ ਡਿਸਕਨੈਕਟ ਹੋ ਰਹੇ ਹਾਂ ਐਂਡ ਜਨਰੇਸ਼ਨਸ ਦੇ ਆਪਸ ਦੇ ਵਿਚਕਾਰ ਵੀ ਉਹਦੀ ਵਜ੍ਹਾ ਨਾਲ ਡਿਸਕਨੈਕਟ ਆ ਰਿਹਾ। ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਅਗਰ ਉਹ ਗੁਰੂ ਸਾਹਿਬਾਨ ਨਾਲ ਕਨੈਕਟ ਹੋਏਗਾ ਤਾਂ ਉਤਨਾ ਹੀ ਸਟਰੋਂਗ ਕਨੈਕਟ ਜਨਰੇਸ਼ਨਸ ਦੇ ਵਿੱਚ ਵੀ ਆਪਸ 'ਚ ਹੋਏਗਾ। ਸੋ ਅਸੀਂ ਕਹਿ ਸਕਦੇ ਹਾਂ ਕਿ ਯੈਸ ਵੀ ਆਰ ਸ਼ਾਇੰਗ ਅਵੇ ਫਰਮ ਆਵਰ ਰਿਸਪੌਂਸਿਬਿਲਿਟੀ। ਔਰ ਇੱਥੇ ਤੱਕ ਕਿ ਪਰਿਵਾਰਾਂ ਦੇ ਵਿਚਕਾਰ ਪੰਜਾਬੀ ਹੀ ਨਹੀਂ ਬੋਲੀ ਜਾਂਦੀ, ਪੰਜਾਬੀ ਨਹੀਂ ਬੋਲਦੇ ਤੇ ਆਉਣ ਵਾਲੀਆਂ ਪੀੜ੍ਹੀਆਂ ਤੇ ਗੁਰੂ ਨਾਨਕ ਦੇਵ ਜੀ ਨਾਲ ਹਰ ਵਾਰ ਕੁਐਸਚਨ ਹੋਈ ਆਏਗਾ ਕਿ ਕਿਤੇ ਨਾ ਕਿਤੇ ਉਹ ਗ੍ਰਿਪ ਜਿਹੜੀ ਹੈ ਲੂਜ਼ ਹੋ ਰਹੀ ਹੈ। ਉਹ ਗ੍ਰਿਪ ਗੁਰੂ ਨਾਨਕ ਸਾਹਿਬ, ਇੱਥੇ ਲੈਂਗੁਏਜ ਦੇ ਨਾਲ ਅਸੀਂ ਆਪਸ 'ਚ ਕਨੈਕਟ ਹੋਣਾ ਕੋਈ ਦਿੱਕਤ ਨਹੀਂ ਹੈ, ਪਰ ਜਿਤਨੀ ਸੋਹਣੀ ਬਾਣੀ ਦੀ ਸਮਝ ਪੰਜਾਬੀ ਨਾਲ ਆ ਸਕਦੀ ਹੈ ਉਤਨੀ ਹੋਰ ਭਾਸ਼ਾਵਾਂ ਨਾਲ ਨਹੀਂ ਆ ਸਕਦੀ। ਹਾਲਾਂਕਿ ਹੋਰ ਭਾਸ਼ਾਵਾਂ ਦੇ ਵੱਲ ਵੀ ਜਿਹੜੇ ਲੋਕ ਹੈ ਆਪਣੀ ਆਪਣੀ ਭਾਸ਼ਾ 'ਚ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਆ, ਪਰ ਜੇ ਅਸੀਂ ਪੰਜਾਬੀ ਬੱਚਿਆਂ ਨਾਲ ਨਹੀਂ ਬੋਲਾਂਗੇ ਐਜ਼ ਏ ਰੂਲ ਕਿ ਕੁਛ ਵੀ ਹੋ ਜਾਏ ਪੰਜਾਬੀ ਵਿੱਚ ਹੀ ਗੱਲ ਕਰਨੀ ਹੈ, ਤੇ ਅਸੀਂ ਇੱਕ ਤਰ੍ਹਾਂ ਦੀ ਕੋਈ ਕ੍ਰਾਈਮ ਕਰ ਰਹੇ ਹਾਂ, ਕਿਉਂਕਿ ਅਸੀਂ ਉਹਨਾਂ ਦਾ ਹੱਥ ਫਿਰ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਗੁਰੂ ਨਾਨਕ ਸਾਹਿਬ ਦੇ ਹੱਥ ਤੋਂ ਹਲਕਾ ਜਿਹਾ ਪਿੱਛੇ ਕਰ ਦਿੱਤਾ। ਔਰ ਜਿਵੇਂ ਕਿ ਕਬੀਰ ਦਾਸ ਜੀ ਨੇ ਵੀ ਕਿਹਾ, ਕਬੀਰ ਸਾਚਾ ਸਤਿਗੁਰੂ ਕਿਆ ਕਰੇ ਜੋ ਸਿੱਖਾਂ ਮੇਂ ਚੂਕ। ਤੋਂ ਇੱਕ ਫੈਕਟ ਹੈ ਕਿ ਅਸੀਂ ਕਿਤੇ ਨਾ ਕਿਤੇ ਚੂਕ ਰਹੇ ਹਾਂ ਔਰ ਸਾਨੂੰ ਸਾਰਿਆਂ ਨੂੰ ਦੁਬਾਰਾ ਅਲਰਟ ਹੋਣ ਦੀ ਲੋੜ ਹੈ ਕਿ ਅਸੀਂ ਚਲੋ ਸਭ ਮਿਲ ਕੇ ਗੁਰੂ ਸਾਹਿਬ ਦੇ ਦਿੱਤੇ ਸਿਧਾਂਤਾਂ ਨਾਲ ਜੁੜੀਏ, ਜੀਵਨ ਉਸ ਤਰ੍ਹਾਂ ਨਾਲ ਹੋ ਸਕੇ ਤੇ ਚਲਾਈਏ। ਔਰ ਅਸੀਂ ਕਨਕਲੂਜਨ 'ਚ ਇਹ ਕਹਿ ਸਕਦੇ ਹਾਂ ਕਿ ਬ੍ਰਾਂਡ ਖਾਲਸਾ ਇਜ਼ ਨਾਟ ਏ ਲਾਇਬਿਲਿਟੀ, ਇਟਸ ਨਾਟ ਏ ਡਿਊਟੀ, ਇਟਸ ਨਾਟ ਈਵਨ ਏ ਰਿਸਪੌਂਸਿਬਿਲਿਟੀ, ਇਟਸ ਏ ਪ੍ਰਿਵਿਲੇਜ and move towards the mission of life by serving humanity and keeping the creator in our hearts। ਇਹ ਸਰੂਪ ਸਾਨੂੰ ਹਮੇਸ਼ਾ ਯਾਦ ਕਰਾਏ ਕਿ ਅਸੀਂ ਆਪਣੇ ਮਿਸ਼ਨ ਵੱਲ ਜਾ ਰਹੇ ਹਾਂ। ਅਸੀਂ ਆਪਣੀ ਯੂਨੀਫਾਰਮ 'ਚ ਹਾਂ, ਮੈਂ ਇੱਕ ਫੌਜੀ ਦੀ ਤਰ੍ਹਾਂ ਮੈਂ ਆਪਣੇ ਮਿਸ਼ਨ ਵੱਲ ਚੱਲ ਰਿਹਾ। ਮੈਨੂੰ ਹਿਊਮੈਨਿਟੀ ਨੂੰ ਵੀ ਸਰਵ ਕਰਨਾ ਔਰ ਆਪਣੇ ਕ੍ਰੀਏਟਰ ਨੂੰ ਆਪਣੇ ਹਿਰਦੇ 'ਚ ਰੱਖਣਾ। ਜਿਵੇਂ ਕਿ ਗੁਰੂ ਸਾਹਿਬਾਨ ਨੇ ਸਰੂਪ ਨੂੰ ਇਤਨੀ ਉੱਚੀ ਮਾਨਤਾ ਦਿੱਤੀ ਹੈ ਕਿ ਉਹਨਾਂ ਨੇ ਕਿਹਾ
रहनी रह सोई सिख मेरा ओ साहिब मैं उसका चेहरा। कभी किसी गुरु ने किसी रहबर ने ये नहीं कहा होना कि मैं चेला हूँ। अगर कोई अपनी रहनी विच ही आ जाए तो गुरु साहब उदा चेला तक बनन नूं तैयार ने। इन्नी वड्डी साडे ते बख्शिश और प्रिविलेज है। सो ये सी साडे विचार मॉड्यूल 12। सो ਇਹਦੇ ਨਾਲ ਹੀ ਐਂਡ ਆਫ ਸੀਰੀਜ਼ ਇਨਫੈਕਟ ਇੱਥੇ ਵੈਬ ਸੀਰੀਜ਼ ਨਹੀਂ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਸੀਰੀਜ਼ ਦਾ ਕੰਪਲੀਸ਼ਨ ਹੈ ਔਰ ਤੁਸੀਂ ਸਮਾਂ ਕੱਢ ਕੇ ਸੁਣਿਆ ਔਰ ਵਿਚਾਰ ਵੀ ਸਾਂਝੇ ਕੀਤੇ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ।